ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਦੋਸਤੋ, ਮੇਰੇ ਵੱਲੋਂ ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਕਰਦੇ ਹਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਜਗਦੀਪ ਜੀ ਦਾ। ਜਗਦੀਪ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਥੈਂਕ ਯੂ ਅਜੇਪਾਲ ਜੀ, ਤੁਹਾਡਾ ਵੀ ਮੇਰੇ ਵੱਲੋਂ ਸਵਾਗਤ ਹੈ, ਕਿਉਂਕਿ ਤੁਸੀਂ ਐਤਕੀ ਸਿੰਘ ਬੜਾ ਘਰੋੜ ਗਿਆ ਕਿ ਅਜੇਪਾਲ ਸਿੰਘ ਵੱਲੋਂ। ਤੇ ਸਾਰੇ ਵੇਖਣ ਵਾਲੇ ਦਰਸ਼ਕਾਂ ਦਾ ਵੀ ਸਵਾਗਤ, ਜਿਨ੍ਹਾਂ ਨੇ ਜਿੱਥੇ ਵੀ ਬੈਠੇ ਵੇਖ ਰਹੇ ਆ, ਸਾਨੂੰ ਪਿਆਰ ਦਿੰਦੇ ਆ, ਅਸੀਂ ਬਹੁਤ ਖੁਸ਼ ਹੁੰਦੇ ਆ ਉਹਨਾਂ ਦੀ ਫੀਡਬੈਕ ਤੋਂ। ਉਹ ਸਿੰਘ ਮੈਂ ਤਾਂ ਘਰੋੜ ਕੇ ਗਿਆ ਕਿ ਉਹਦੀ ਗੱਲ ਬੰਦਾ ਤੇਜ਼ ਬੋਲਣ ਦੀ ਕੋਸ਼ਿਸ਼ ਕਰਦਾ ਨਾ, ਭੁੱਲ ਜਾਂਦੀ ਆ। ਉਹ ਫਿਰ ਮੈਂ ਹੌਲੀ ਹੌਲੀ ਬੋਲਿਆ ਤਾਂ ਫਿਰ ਸਿੰਘ ਤੇ ਮੈਂ ਥੋੜਾ ਘਰੋੜ ਕੇ ਜ਼ੋਰ ਪਾਤਾ। ਇਹ ਤੁਹਾਨੂੰ ਕਿਸੇ ਨੇ ਪਰਸਨਲ ਮੈਸੇਜ ਭੇਜਿਆ ਨਾ ਵੀ ਤੂੰ ਅਜੇਪਾਲ ਕਹਿੰਦਾ ਸਿੰਘ ਨਹੀਂ ਆਂਦਾ, ਕਿਉਂਕਿ ਜ਼ੋਰ ਅੱਜ ਕੱਲ੍ਹ ਵਾਵਾ ਚੱਲ ਰਿਹਾ। ਹਾਂਜੀ ਹਾਂਜੀ, ਨਹੀਂ ਯਾਰ ਚਲੋ, ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਅਜੇਪਾਲ ਜੀ, ਕਾਫੀ ਠੀਕ ਆ। ਹੁਣ ਗਰਮੀ ਤੇ ਸੀ, ਹੁਣ ਮੌਸਮ ਠੰਡਾ ਹੋ ਗਿਆ, ਸ਼ਾਮ ਨੂੰ ਠੰਡਾ ਹੋ ਜਾਂਦਾ ਖਾਸ ਕਰਕੇ। ਜੀ ਜੀ ਜੀ, ਆਹੋ, ਇਹ ਤਾਂ ਖਾਸੀਅਤ ਹੈ ਇੱਥੋਂ ਦੀ, ਆਸਟ੍ਰੇਲੀਆ ਦੀ। ਮੈਂ ਜਦੋਂ ਦਾ ਆਇਆ, ਜਿਹੜੀ ਤੁਸੀਂ ਸ਼ਾਮ ਨੂੰ, ਹੁਣ ਰਿਸ਼ਤੇਦਾਰ ਰੀਸੈਂਟਲੀ ਸਾਡੇ ਆਏ ਸੀਗੇ ਇੰਡੀਆ ਤੋਂ, ਜੀ, ਤੇ ਜਿੱਦਾਂ ਥੋੜੀ ਜਿਹੀ ਗਰਮੀ ਸੀਗੀ, ਮੈਂ ਕਿਹਾ ਚਿੰਤਾ ਨਾ ਕਰੋ ਵੀ ਸ਼ਾਮ ਦਾ ਜਿਹੜਾ ਟਾਈਮ ਆਉਂਦਾ ਨਾ, ਉਹ ਹਵਾ ਚੱਲਣੀ ਤਾਂ ਵਧੀਆ ਸੋਹਣੀ ਫਰੈਸ਼ ਠੰਡੀ ਹਵਾ ਨਾ, ਤਾਜ਼ੀ ਕੰਬਲ ਲੈ ਕੇ ਸੌਂਦੇ ਆਪਾਂ। ਹਾਂ, ਹੈਰਾਨੀ ਵਾਲੀ ਗੱਲ ਹੈ, ਜਿੰਨੀ ਮਰਜ਼ੀ ਗਰਮੀ ਆ, ਸ਼ਾਮ ਨੂੰ ਕੰਬਲ ਲੈ ਕੇ ਸੌਂਦੇ। ਹਾਂ, ਇਹ ਮਤਲਬ ਸੱਚੀ ਗੱਲ ਹੈ ਵੀ ਮੈਨੂੰ ਬੜੀ ਵਧੀਆ ਇਹ ਗੱਲ ਲੱਗਦੀ ਵੀ ਸਵੇਰੇ ਦੁਪਹਿਰੇ ਜਿੰਨੀ ਮਰਜ਼ੀ ਗਰਮੀ ਹੋਵੇ, ਸ਼ਾਮ ਨੂੰ ਜਦੋਂ 4 ਵਜੇ ਤੋਂ ਬਾਅਦ ਜਿਹੜੀ ਹਵਾ ਚੱਲਣੀ ਨਾ, ਤਾਂ ਉਹ ਚੱਲਣੀ ਮੈਂ ਪਿਛਲੇ 12 ਸਾਲ ਤੋਂ ਵੇਖ ਰਿਹਾ। ਮਤਲਬ ਮੈਂ ਕੱਲ ਹੀ ਆਪਦੇ ਇੱਕ ਪਰਸੋਂ ਦੋਸਤ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ 12 ਸਾਲ ਤੋਂ ਚੱਲੀ ਜਾਂਦੀ, ਬੰਦ ਨਹੀਂ ਹੋਈ, ਤੇ ਹੁਣ ਇਹਨੇ ਕੀ ਬੰਦ ਹੋਣਾ ਹਨਾ। ਮੈਂ ਕਿਹਾ ਇਹ ਵਾਧੂ ਇੱਥੇ ਮਤਲਬ ਨਹੀਂ, ਕੁਦਰਤ ਨਹੀਂ ਸਾਡੇ ਲਈ ਕੋਈ ਚੀਜ਼ ਘੱਟ ਕਰਦੀ, ਇਹ ਕੁਦਰਤ ਦੀਆਂ ਨਿਆਮਤਾਂ ਹੈ। ਹਾਂਜੀ, ਜੇ ਘੱਟ ਕਰਨਾ ਤੇ ਉਹਦੇ ਵਿੱਚ ਸਾਡਾ ਹੀ ਹਿੱਸਾ ਪੈਣਾ। ਹਾਂਜੀ ਹਾਂਜੀ, ਅਸੀਂ ਉਹਨੂੰ ਰੋਕਣਾ, ਅਸੀਂ ਕੁਦਰਤ ਨੂੰ ਉੱਥੇ ਜਾ ਕੇ ਕਹਿਣਾ ਕਿ ਭਈ ਸਾਨੂੰ ਇੰਨਾ ਕੀ ਦੇ, ਸਾਨੂੰ ਜ਼ਿਆਦਾ ਨਾ ਦੇ। ਕਿਉਂਕਿ ਸਾਡੀ ਸੋਚ ਥੋੜੀ ਹੈ ਨਾ, ਕੁਦਰਤ ਦੀ ਸੋਚ ਤੇ ਬਿਆਨਤਾ, ਉਹਨੇ ਤੇ ਸਾਰਾ ਕੁਝ ਹੀ ਦਿੱਤਾ, ਹਰ ਇੱਕ ਥਾਂ ਹੀ ਦਿੱਤਾ। ਫਿਰ ਵੇਖੋ ਕਿੰਨੀ ਇੱਕ ਟੈਕਨੀਕਲ ਗੱਲ ਕਹਿ ਲਓ ਜਾਂ ਉੱਦਾਂ ਕਹਿ ਲਓ ਕਿ ਨੇਚਰ, ਅਸੀਂ ਇੱਥੇ ਬੈਠੇ ਆ ਤੇ ਇੰਡੀਆ ਵਾਲੇ ਸਾਡੇ ਸੂਰਜ ਮਾਣ ਰਹੇ ਆ। ਹਾਂਜੀ ਹਾਂਜੀ ਹਾਂਜੀ, ਸਾਡਾ ਸੂਰਜ ਕਿਤੇ ਗਵਾਚਦਾ ਨਹੀਂ। ਬਿਲਕੁਲ ਬਿਲਕੁਲ, ਹਾਂਜੀ। ਇਦਾਂ ਹੀ ਸਾਰੀ ਸ੍ਰਿਸ਼ਟੀ ਇਸ ਢੰਗ ਦਾ ਰਚੀ ਆ ਕੁਦਰਤ ਨੇ ਕਿ ਸਾਨੂੰ ਇੰਜ ਲੱਗਦਾ ਵਾ ਵੀ ਇੱਥੇ ਹਨੇਰਾ ਹੋ ਗਿਆ, ਉੱਥੇ ਚਾਨਣ ਹੋ ਜਾਂਦਾ। ਹਾਂਜੀ ਹਾਂਜੀ, ਤੇ ਜੀਵਨ 'ਚ ਵੀ ਇਦਾਂ ਹੀ ਜੇ। ਬਿਲਕੁਲ ਸਹੀ ਗੱਲ ਹੈ। ਜਦੋਂ ਸਾਨੂੰ ਇੱਕ ਵਾਰੀ ਨਿਰਾਸ਼ਾ ਹੁੰਦੀ ਹੈ ਨਾ, ਸਾਨੂੰ ਇੰਜ ਲੱਗਦਾ ਵੀ ਹੁਣ ਨਹੀਂ, ਹੁਣ ਦੁਬਾਰਾ ਕਦੇ ਕੋਈ ਆਪਾਂ ਸੋਚਦੇ ਜੇ ਕੋਈ ਇੱਕ ਘਟਨਾ ਘਟ ਗਈ, ਦਿਖਾਣੀ ਸਾਰੇ ਦਰਵਾਜ਼ੇ ਬੰਦ ਹੋ ਗਏ। ਬਿਲਕੁਲ, ਪਰ ਕਹਿੰਦੇ ਨੇ ਕਿ ਜੋ ਕੁਦਰਤ ਤੁਹਾਡਾ ਇੱਕ ਦਰਵਾਜ਼ਾ ਬੰਦ ਕਰਦੀ, 4 ਖੁੱਲਦੇ ਆ। ਬਿਲਕੁਲ, ਬਸ਼ਰਤੇ ਕਿ ਬਸ ਤੁਹਾਡੇ ਜਿੰਨੀ ਕਿ ਮਤਲਬ ਤੁਸੀਂ ਖੜਕਾ ਸਕੋ, ਇੱਕ ਹੌਸਲਾ ਰੱਖ ਸਕੋ ਕਿ ਤੁਸੀਂ ਉਡੀਕ ਕਰੋ ਕਿ ਜਿਹੜਾ ਸੂਰਜ ਆ ਮੇਰੇ ਵੱਲ ਹੀ ਡੁੱਬਿਆ ਵਾ, ਅਗਲੇ ਬੰਨੇ ਆਉਣਾ। ਹਾਂਜੀ ਹਾਂਜੀ, ਗੁਲਾਈ 'ਚ ਜਾ ਰਿਹਾ। ਬਿਲਕੁਲ ਬਿਲਕੁਲ, ਹਾਂਜੀ। ਮਤਲਬ ਇਹ ਕੁਦਰਤ ਨੇ ਸਾਨੂੰ ਬੜੀਆਂ ਛੋਟੀਆਂ ਛੋਟੀਆਂ ਨਿਆਮਤਾਂ ਦੇ ਕੇ ਸਾਨੂੰ ਸਮਝਾਇਆ, ਤੇ ਉਹਦੇ ਨਾਲ ਸਾਨੂੰ ਵੱਡੀਆਂ ਨਾਲ ਜੋੜਦੇ ਆ। ਪਰ ਬੰਦਾ ਸਮਝਦਾ ਫਿਰ ਨਹੀਂ, ਅਸੀਂ ਸਮਝਣਾ ਹੀ ਨਹੀਂ, ਕਿਉਂਕਿ ਸਾਡੀ ਜਿਹੜੀ ਸੋਚ ਆ, ਅਸੀਂ ਕਹਿੰਦੇ ਅਸੀਂ ਬਹੁਤ ਸਿਆਣੇ ਆ। ਜਦੋਂ ਅਸੀਂ ਉਸ ਤੋਂ ਬਾਹਰ ਨਹੀਂ ਨਿਕਲਣਾ, ਤੇ ਤਾਂ ਹੀ ਆ ਜੇ ਹੁਣ ਮੈਂ ਛੱਪੜ ਲਾ ਕੇ ਬੈਠਾ ਇਹੋ ਅੰਦਾਜ਼ੇ ਲਾਈ ਜਾਂਦਾ ਵੀ ਸਮੁੰਦਰ ਇਹ ਤੋਂ ਵੱਡਾ ਨਹੀਂ ਹੋ ਸਕਦਾ। ਹਾਂਜੀ ਹਾਂਜੀ, ਤੇ ਹੁਣ ਸਮੁੰਦਰ ਦੀਆਂ ਤੇ ਆਪਣੀਆਂ ਗੱਲਾਂ ਨੇ। ਬਿਲਕੁਲ ਬਿਲਕੁਲ, ਸਮੁੰਦਰ ਤੇ ਜਦੋਂ ਅਜੇਪਾਲ ਜੀ ਪਹਿਲੀ ਵਾਰੀ ਆਏ ਨਾ ਇੱਥੇ, ਬੜਾ ਦਿਲ 'ਚ ਮਨ 'ਚ ਸੀ ਕਿ ਯਾਰ ਬੀਚ ਵੇਖਣੀ। ਅੱਛਾ, ਬੀਚ ਤੇ ਚੱਲ ਗਏ, ਬੀਚ ਵੇਖੀ ਤੇ ਪਹਿਲੀ ਵਾਰੀ ਮਹਿਸੂਸ ਕੀਤਾ ਬੀਚ ਹੀ ਵੇਖਣੀ, ਮਤਲਬ ਬੀਚ ਹੀ ਵੇਖਣੀ। ਕਿਉਂਕਿ ਪਰਿਵਾਰ ਨਾਲ ਜਾ ਕੇ ਇਕੱਲਾ ਤੁਸੀਂ ਬੀਚ ਹੀ ਵੇਖਦੇ ਹੋ, ਇਕੱਲੇ ਜਾਂਦੇ ਹੋ ਤੇ ਫਿਰ ਬੀਚ ਦੇ ਨਾਲ ਮਤਲਬ ਸਾਰੀ ਦੁਨੀਆ ਨੂੰ ਵੇਖਦੇ ਹੋ। ਤੇ ਸਮੁੰਦਰ ਮੈਨੂੰ ਇੰਝ ਲੱਗਾ ਜੇ ਤਾਂ ਨੂੰ ਆ। ਅੱਛਾ, ਮੈਂ ਕਿਤੇ ਪੜ੍ਹਿਆ ਸੀ ਕਿ ਸਮੁੰਦਰ ਦਾ ਜਿਹੜਾ ਤਲ ਵਾ ਉਹ ਧਰਤੀ ਨਾਲੋਂ ਉੱਚਾ। ਓਕੇ, ਔਰ ਮੈਂ ਇਹ ਵੇਖਿਆ ਕਿ ਜਿੱਥੇ ਤੱਕ ਮੇਰੀ ਪਹੁੰਚ ਆ ਜਾਂ ਮੇਰੀ ਨਜ਼ਰ ਦੀ ਜਿਸ ਤੱਕ ਹੈਗੀ ਆ, ਉੱਥੇ ਤੱਕ ਜਾ ਕੇ ਸਮੁੰਦਰ ਤੇ ਜਿਹੜਾ ਆਸਮਾਨ ਆ ਉਹ ਜੁੜ ਜਾਂਦੇ ਆ। ਇਹਦਾ ਮਤਲਬ ਇਹ ਆ ਵੀ ਉਹ ਤੋਂ ਪਰਾਂ ਵੀ ਬਹੁਤ ਕੁਝ। ਇਹ ਤਾਂ ਆਪਾਂ ਆਪਾਂ ਜਦੋਂ ਘਰਾਂ 'ਚ ਛੋਟੇ ਹੁੰਦੇ ਛੱਤ ਤੇ ਚੜ੍ਹਨਾ, ਤੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਹੁਣ ਉਹ ਦੂਰ ਤੱਕ ਆਸਮਾਨ ਹੈ, ਤੇ ਮਤਲਬ ਜ਼ਮੀਨ ਤੇ ਆਸਮਾਨ ਜੁੜ ਗਏ ਆਪਾਂ। ਉਦਾਂ ਦੀ ਗੱਲ ਉਹ ਮਤਲਬ ਮੈਨੂੰ ਇੰਝ ਲੱਗਾ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਾਰੇ ਲੋਕ ਇਦਾਂ ਜੁੜ ਜਾਂਦੇ ਆ। ਹਾਂਜੀ ਹਾਂਜੀ, ਪਰ ਵੱਖਰੀ ਗੱਲ ਹੈ ਕਿ ਜਦੋਂ ਮੈਂ ਸਿੱਧੀ ਅੱਖ ਨਾਲ ਵੇਖਣਾ, ਫਿਰ ਮੈਨੂੰ ਲੱਗਦਾ ਕੋਈ ਵੀ ਨਹੀਂ ਜੁੜਿਆ। ਫਿਰ ਤੁਹਾਨੂੰ ਆਪਣੇ ਘਰ 'ਚ ਵੀ ਦੂਰੀਆਂ ਲੱਗਦੀਆਂ। ਹਾਂਜੀ ਹਾਂਜੀ, ਪਰ ਨੇਚਰ ਨੇ ਬੜੀ ਤਰੀਕੇ ਨਾਲ ਜੋੜਿਆ ਹੋਇਆ ਸਭ। ਬਿਲਕੁਲ ਬਿਲਕੁਲ, ਛੋਟੀਆਂ ਛੋਟੀਆਂ ਤੁਸੀਂ ਸਮੁੰਦਰ ਉੱਤੇ ਲੱਗੇ ਸਿੱਪੀਆਂ ਵੇਖਦੇ ਹੋ, ਕਈ ਕੁਝ ਵੇਖਦੇ ਹੋ, ਉਹਦੇ ਵਿੱਚ ਵੀ ਤੁਹਾਨੂੰ ਖੂਬਸੂਰਤੀ ਦਿਸਦੀ ਹੈ ਕੁਦਰਤ ਦੀ। ਹਾਂਜੀ ਹਾਂਜੀ, ਬਿਲਕੁਲ। ਚਲੋ ਤਾਂ ਦੋਸਤੋ, ਇਹ ਸੀ ਸਾਡਾ ਮਾੜਾ ਜਿਹਾ ਸਟਾਰਟ ਪ੍ਰੋਗਰਾਮ ਕਰਨ ਦਾ, ਤੇ ਸ਼ੁਰੂਆਤ ਤੇ ਚਾਹੀਦੀ। ਤੇ ਇਹ 'ਚ ਜਗਦੀਪ ਜੀ ਤੁਹਾਨੂੰ ਪਤਾ, ਜਿੱਦਾਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਜੀ, ਨਿੱਤ ਦੀਆਂ ਗੱਲਾਂ ਛੋਟੀਆਂ ਮੋਟੀਆਂ ਹਲਕੀਆਂ ਫੁਲਕੀਆਂ ਜੀ, ਤੇ ਇਹ 'ਚ ਆਪਾਂ ਕੁਝ ਪ੍ਰੋਗਰਾਮਾਂ ਦੇ ਵਿੱਚ ਵੀਡੀਓ ਵੀ ਦਿਖਾਈਆਂ ਪਹਿਲਾਂ, ਹਨਾ। ਹਾਂ ਬਿਲਕੁਲ। ਤੇ ਇਸ ਵਾਰ ਫਿਰ ਕੁਝ ਸੱਜਣਾਂ ਦੀ ਡਿਮਾਂਡ ਆਈ ਕਿ ਵੀਡੀਓਜ਼ ਤੇ ਗੱਲ ਕੀਤੀ ਜਾਵੇ। ਜੀ ਜੀ, ਤੇ ਆਪਾਂ ਜਿਵੇਂ ਪਹਿਲੇ ਪ੍ਰੋਗਰਾਮਾਂ 'ਚ ਟਰੈਕਟਰ ਦੇ ਟੋਜਨਾਂ ਬਾਰੇ ਗੱਲਬਾਤ ਕੀਤੀ ਕਈ ਵਾਰੀ ਮੇਲਿਆਂ 'ਚ। ਹਾਂ, ਮੇਲਿਆਂ 'ਚ, ਹਾਂਜੀ। ਪਰ ਮੇਰਾ ਤੇ ਉਹਦੇ ਵਿੱਚ ਇਹ ਮੰਨਣਾ
ਵੀ ਜਿੱਦਾਂ ਉਹ ਹੁਣ ਆਪਾਂ ਦੇਖਦੇ ਹਾਂ ਕੋਈ ਖਤਰਨਾਕ ਸਟੰਟ ਵੀ ਕਰਦੇ ਹਨ ਤੇ ਉਹ 'ਚ ਕਈ ਵਾਰੀ ਨੁਕਸਾਨ ਵੀ ਹੁੰਦਾ। ਓਬਵੀਅਸਲੀ ਆਪਾਂ ਦੇਖਿਆ ਟਰੈਕਟਰ ਵੀ ਵਿੱਚੋਂ ਟੁੱਟ ਜਾਂਦਾ ਜਾਂ ਮੋਟਰਸਾਈਕਲ ਨੂੰ ਖਿੱਚਦੇ 2 ਜਣੇ ਤਾਂ ਉਹ 'ਚੋਂ ਮੋਟਰਸਾਈਕਲ ਹੀ ਪਾੜ ਦਿੰਦੇ ਆ। ਪਰ ਇਹ ਬਜ਼ੁਰਗਾਂ ਦੀ ਵੀਡੀਓ ਮੈਂ ਚਾਹੁੰਦਾ ਕਿ ਪਹਿਲਾਂ ਆਪਾਂ ਵੀਡੀਓ ਵੇਖੀਏ ਫਿਰ ਆਪਾਂ ਇਹਦੇ ਬਾਰੇ ਗੱਲ ਕਰੀਏ ਤੇ ਤੁਹਾਡੇ ਵਿਚਾਰ ਵੀ। ਨਹੀਂ ਬਿਲਕੁਲ ਬਿਲਕੁਲ ਬਹੁਤ ਵਧੀਆ। ਜਦੋਂ ਉੱਡਦਾ ਹਵਾ 'ਚ ਪਿੱਛੇ ਛੱਡੇ ਲਾਰੀਆਂ, ਜਾਂਦਾ ਸੜਕਾਂ ਤੇ ਗੱਭਰੂ ਵਜਾਉਂਦਾ ਬਾੜੀਆਂ, ਹੋ ਨੱਚਦਾ ਪਤੰਗਾ ਇਸ਼ਕੇ ਦੀ ਲਾਟ ਤੇ, ਕੋਈ ਬਿਰਲਾ ਹੀ ਲਾਉਂਦਾ ਨੋਟ ਬੰਬੂ ਗੱਡ। ਹਾਂਜੀ, ਇਹ ਤੁਸੀਂ ਵੀਡੀਓ ਵੇਖੀ ਮਤਲਬ ਜਿਹਨੂੰ ਆਪਾਂ ਜੀਟਰ ਟਰੈਕਟਰ ਕਹਿੰਦੇ ਆ। ਨਹੀਂ ਜੀਟਰ ਟਰੈਕਟਰ ਹਾਂਜੀ ਇਹ ਬੜਾ ਕਹਿੰਦੇ ਹੁੰਦੇ ਸੀ ਮਤਲਬ ਹਨਾ। ਨਹੀਂ ਹੁਣ ਵੀ ਆ ਅੱਛਾ, ਜੀਟਰ ਟਰੈਕਟਰ ਅਜੇ ਵੀ ਹੈਗਾ। ਓਕੇ ਓਕੇ। ਇਹ ਆ ਕਿ ਉਹਨਾਂ ਨੇ ਮਾਡਲ ਚੇਂਜ ਕਰ ਲਏ ਆ ਪਰ ਉਹ ਟਰੈਕਟਰ ਬੜਾ ਕਾਮਯਾਬ ਟਰੈਕਟਰ। ਹਾਂ ਬਿਲਕੁਲ ਬਿਲਕੁਲ। ਪਰ ਬਜ਼ੁਰਗ ਦੀ ਖੁਸ਼ੀ ਵੇਖੋ ਤੁਸੀਂ। ਹਾਂਜੀ ਹਾਂ, ਖੁਸ਼ੀ ਅੱਛਾ ਉਹਨੇ ਪਤਾ ਨਹੀਂ ਕਿੱਦਾਂ ਸੰਭਾਲ ਕੇ ਰੱਖੀ ਸੀ। ਕਿਤੇ ਉਹਨੇ ਸੋਚਦਾ ਰਹਿੰਦਾ ਹੋਣਾ ਵੇਖ ਕੇ ਕਿ ਜਿੱਦਣ ਕਿਤੇ ਮੇਰੇ ਨਾਲ ਪੰਗਾ ਪਿਆ ਨਾ ਉਦੋਂ ਪੁੱਛੋ, ਉਦੋਂ ਤੁਹਾਨੂੰ ਮੈਂ ਦੱਸੂਗਾ ਵੀ ਬਜ਼ੁਰਗਾਂ 'ਚ ਵੀ ਗੱਲ ਹੈ ਕਿ ਨਹੀਂ ਹੈ। ਹਾਂਜੀ ਹਾਂਜੀ। ਕਿਉਂਕਿ ਪਹਿਲਾਂ ਪਤਾ ਕੀ ਹੈ ਇਹ ਅਜੇਪਾਲ ਜੀ ਸਾਡੀ ਇਹ ਖੁਸ਼ੀ ਨਾਲ ਜੁੜੀ ਗੱਲ। ਹਾਂਜੀ ਹਾਂਜੀ। ਅਸੀਂ ਪਹਿਲਾਂ ਮੇਲਿਆਂ 'ਚ ਜਾ ਕੇ ਅਸੀਂ ਵੇਖਦੇ ਹਾਂ ਕਿ ਬੈਲ ਦੀ ਦੌੜ, ਜਦੋਂ ਇਸ ਢੰਗ ਦੇ ਨਾਲ ਅਸੀਂ ਕਿਉਂਕਿ ਸ਼ੁਰੂ ਤੋਂ ਇੰਨੀਆਂ ਗੱਲਾਂ ਨਾਲ ਜੁੜੇ ਰਹੇ ਹਾਂ। ਹਾਂਜੀ ਹਾਂਜੀ। ਕੁੱਕੜ ਨੂੰ ਲੜਾਉਣਾ ਕੁਝ ਹੋਰ ਕੰਮ ਕਰਨੇ, ਫਿਰ ਲੋਕਾਂ ਨੇ ਇਹ ਸੋਚਿਆ ਕਿ ਇਹ ਜਿਹੜੀ ਤੁਸੀਂ ਜਾਨਵਰ ਤੇ ਦੇਖਿਆ ਕੁੱਕੜ ਵਾਲੀਆਂ ਵੀ, ਕੁੱਕੜਾਂ ਵਾਲੀ ਲੜਾਈਆਂ। ਹਾਂਜੀ ਅੱਛਾ। ਹਾਂ ਨਹੀਂ ਇੰਨਾ ਪੁਰਾਣਾ ਤੇ ਨਹੀਂ ਪਰ ਕੁੱਕੜ ਤੁਸੀਂ ਗੱਲ ਪੁੱਛ ਕੇ ਮੈਂ ਕਿਹਾ ਇਹ ਤਾਂ ਬਹੁਤ ਪੁਰਾਣਾ ਮਾਡਲ ਲੱਗਦਾ ਕੰਮ। ਨਹੀਂ ਪਰ ਕੁੱਕੜ ਵਾਲੀ ਲੜਾਈ ਜਿਹੜੀ ਆ ਸਾਰੇ ਮੇਲਿਆਂ ਦੇ ਵਿੱਚ ਨਾ। ਨਹੀਂ ਮੈਂ ਤਾਂ ਕੁੱਕੜਾਂ ਵਾਲੀ ਸਿਰਫ ਮਤਲਬ ਟੀਵੀ 'ਚ ਹੀ ਵੇਖੀ ਆ, ਲਾਈਵ ਨਹੀਂ ਮੈਂ ਵੇਖੀ ਕਦੀ। ਅੱਛਾ ਹਾਂਜੀ ਹਾਂ। ਤੇ ਚਲੋ ਕਿਤੇ ਤੁਹਾਨੂੰ ਮੌਕਾ ਬਣਿਆ ਤਾਂ ਜ਼ਰੂਰ ਵਿਖਾਓ। ਓਕੇ ਓਕੇ। ਉਹ ਕੁੱਕੜ ਵਾਲੀ ਲੜਾਈ ਨੂੰ ਕਰਨਾ ਜਾਂ ਉਹ ਅੱਛਾ ਕੁੱਕੜ ਦੀ ਚੁੰਝ ਟੁੱਟ ਜਾਂਦੀ ਵਿਚਾਰੇ ਦੀ, ਉਹਨੂੰ ਜ਼ਖਮੀ ਕਰ ਦਿੰਦਾ ਦੂਜਾ ਕੁੱਕੜ। ਤੇ ਫਿਰ ਕੁੱਤਿਆਂ ਦੀ ਵੀ ਲੜਾਈ ਹੁੰਦੀ ਆ, ਸਾਰਿਆਂ ਦੀ ਇਹ ਕਰਦੇ। ਫਿਰ ਬਾਅਦ 'ਚ ਲੋਕੀ ਥੋੜੇ ਜਿਹੇ ਸਿਆਣੇ ਹੋਏ, ਉਹਨਾਂ ਨੇ ਆਖਿਆ ਅਜੇ ਪਰ ਪੂਰੇ ਸਿਆਣੇ ਨਹੀਂ ਹੋਏ। ਕਈ ਥਾਵਾਂ ਦੇ ਉੱਤੇ ਜਿੱਦਾਂ ਤੁਸੀਂ ਵੇਖਿਆ ਵੀ ਤੁਸੀਂ ਨਹੀਂ ਵੇਖਿਆ ਪਰ ਬਹੁਤੇ ਥਾਵਾਂ ਤੇ ਇਦਾਂ ਹੈਗਾ। ਲੋਕਾਂ ਨੇ ਇਹ ਸੋਚਿਆ ਕਿ ਇਹਨਾਂ ਨੂੰ ਆਪਾਂ ਨਾ ਤੰਗ ਕਰੀਏ, ਅਬ ਜਾਨਵਰਾਂ ਦੇ ਤਸ਼ੱਦਦ ਨਾ ਕਰੋ। ਹਾਂ ਜਿੱਦਾਂ ਤੁਹਾਨੂੰ ਪਤਾ ਵੀ ਇਹਨਾਂ ਨੇ ਜਦੋਂ ਤੁਸੀਂ ਉੱਤੇ ਬੈਠੇ ਹੋ ਬੈਲ ਨੂੰ ਭਜਾਉਣ ਦੇ ਕਈ ਥਾਵਾਂ ਤੇ ਹਾਦਸੇ ਹੋਏ। ਹਾਂਜੀ ਹਾਂਜੀ। ਬੈਲ ਦੇ ਪਹਿਲਾਂ ਤਾਂ ਚਲੋ ਚੱਲਦਾ ਹੈ। ਹਾਂਜੀ ਹਾਂਜੀ। ਉਹਦੇ ਵਿੱਚ ਇਹਨਾਂ ਨੇ ਉਹ ਚੀਜ਼ ਬੰਦ ਕੀਤੀ, ਕਹਿੰਦੇ ਵੀ ਇਹ ਨਹੀਂ ਹੋ ਸਕਦਾ, ਇਹਨੂੰ ਬੰਦ ਕਰੋ ਪ੍ਰੋਪਰ। ਫਿਰ ਅਸੀਂ ਹਟੇ ਨਹੀਂ। ਅਸੀਂ ਸੋਚਿਆ ਕਿ ਨਹੀਂ ਇਦਾਂ ਨਹੀਂ ਤੇ ਫਿਰ ਸਾਡੇ ਕੋਲ ਟਰੈਕਟਰ ਹੈਗੇ ਆ। ਹਾਂ ਹਾਂ। ਅਸੀਂ ਤਰਕ ਦਿੱਤਾ ਕਿ ਜੇ ਤੁਹਾਡੇ ਕੋਲ ਪਹਿਲਾਂ ਬਾਲ ਸੀ ਹੁਣ ਸਾਡੇ ਕੋਲ ਟਰੈਕਟਰ ਹੈਗੇ, ਫਿਰ ਅਸੀਂ ਆਪਣੇ ਟਰੈਕਟਰ ਵਾਲੇ ਕਰਦੇ ਆ। ਜਦ ਕਿ ਇਹ ਤੋਂ ਵੱਡੀ ਮੂਰਖਤਾ ਹੀ ਹੋ ਹੀ ਨਹੀਂ ਸਕਦੀ। ਹੋ ਨਹੀਂ ਸਕਦੀ ਹੈ। ਇਹ ਸਭ ਤੋਂ ਮੈਂ ਸਮਝਦਾ ਵੀ ਨਿਕੰਮੀ ਗੱਲ ਆ। ਟਰੈਕਟਰ ਦਾ ਕਾਹਦਾ ਜ਼ੋਰ ਆ। ਹਾਂ ਟਰੈਕਟਰ ਹੁਣ ਉਹਨੇ ਜੀਟਰ ਬਜ਼ੁਰਗ ਨੇ ਜਿਹੜਾ ਕੀ ਪਹਿਲਾਂ ਕਲੱਚ ਛੱਡਿਆ, ਰੇਸ ਕੀਤੀ ਹੈ। ਟਰੈਕਟਰ ਜੀਟਰ ਦਾ ਅਗਲਾ ਜਿਹੜਾ ਵਜਨ ਆ ਜਿਹੜਾ ਰੱਖਦੇ ਟਰੈਕਟਰ ਬੜਾ ਭਾਰਾ ਹੁੰਦਾ। ਹਾਂਜੀ ਹਾਂਜੀ। ਪਰ ਉਹਦੇ ਵਿੱਚ ਹੁਣ ਕੀ ਪਤਾ ਬਜ਼ੁਰਗ ਕੀ ਫਿੱਟ ਕਰਕੇ ਲਿਆ। ਆਹੋ ਸਹੀ ਗੱਲ। ਉਹਦਾ ਨਵਾਂ ਟਰੈਕਟਰ ਨਹੀਂ ਖਿੱਚ ਰਿਹਾ ਹਾਂ ਕਿ ਜਾਂ ਉਹਨੇ ਉਹਨੂੰ ਪਤਾ ਨਹੀਂ ਕੋਈ ਗੱਲ ਕਹੀ ਹੋਊਗੀ ਤੂੰ ਨਾ ਖਿੱਚੀ ਜਾਂ ਕਿੱਦਾਂ। ਪਰ ਲੱਗਦਾ ਤਾਂ ਨਹੀਂ, ਜਿਹੜੀ ਬਜ਼ੁਰਗ ਦੀ ਖੁਸ਼ੀ ਤੋਂ ਨਹੀਂ ਲੱਗਦਾ ਕਿ ਉਹਨੇ ਕੋਈ ਗੱਲ ਕਹੀ ਹੋਊ। ਸੋ ਇਹ ਗੱਲ ਇਹ ਕਿ ਲੋਕਾਂ ਦੀਆਂ ਜਿਹੜੀਆਂ ਇਹ ਖੇਡਾਂ ਨੇ ਨਾ, ਹੋਰ ਆਪਣੇ ਕੋਲ ਅਜੇਪਾਲ ਜੀ ਖੇਡਾਂ ਮੈਂ ਵੇਖਣਾ ਨਾ ਜੇ ਕਿਤੇ ਪੰਜਾਬ ਦੇ ਮੁੰਡਿਆਂ ਕੋ ਕਿਹੜੀ ਇੰਜੋਇਮੈਂਟ ਦਾ ਸਾਧਨ ਰਹਿ ਗਿਆ। ਕਬੱਡੀ ਸਾਡੀ ਉਹ ਪ੍ਰੋਫੈਸ਼ਨਲ ਬਣ ਗਈ। ਹਾਂਜੀ ਹਾਂ। ਉਹ ਧੰਦਾ ਬਣ ਗਈ ਆ। ਉਹ ਧੰਦਾ ਇੱਕ ਉਹ ਤਾਂ ਗੇਮ ਕਾਦੀ ਰਹਿ ਗਈ। ਗੇਮ ਨਹੀਂ ਰਹਿ ਗਈ। ਉਹ ਹੁਣ ਲੋਕਾਂ ਨੇ ਇਹ ਕਰ ਲਿਆ ਕਿ ਜਿਹੜਾ ਮੁੰਡਾ 5 ਸਾਲ ਖੇਡਦਾ 4 ਸਾਲ ਖੇਡਦਾ ਉਹ ਆਪਣੇ ਜਿੰਨੇ ਪੈਸੇ ਬਣਾ ਸਕਦਾ ਉਹ ਕਰਦਾ। ਹਾਂਜੀ ਹਾਂਜੀ। ਭਲਵਾਨੀ ਮਾਝੇ ਦੇ ਵਿੱਚ ਕੁਝ ਬੰਦੇ ਉੱਠੇ ਨੇ, ਬਹੁਤ ਵਧੀਆ ਭਲਵਾਨ ਉੱਠੇ ਨੇ ਜਿਨ੍ਹਾਂ ਨੇ ਆਸ ਜਗਾਈ ਆ। ਜੱਸਾ ਪੱਟੀ ਹੋਰ ਦੂਜੇ ਕਾਫੀ ਭਲਵਾਨ ਨੇ ਜਿਨ੍ਹਾਂ ਨੇ ਆਸ ਜਗਾਈ ਹੈ ਵੀ ਠੀਕ ਹੈ ਕਿਤੇ ਕੁਦਰਤੀ ਮਿਹਨਤ ਕਰਕੇ ਵੀ ਬਣਿਆ ਜਾ ਸਕਦਾ। ਇਹੋ ਖੇਡਾਂ ਸੀ ਸਾਡੀਆਂ, ਆਪਾਂ ਜਾ ਕੇ ਜਿਹੜਾ ਖੇਡਦੇ ਹਾਂ ਇਹੋ ਸਾਡੀ ਨਿੱਕੇ ਹੁੰਦਿਆਂ ਤੋਂ ਐਂਟਰਟੇਨਮੈਂਟ ਸੀ। ਬਿਲਕੁਲ ਬਿਲਕੁਲ। ਹੋਰ ਇਹਨਾਂ ਮੁਲਕਾਂ 'ਚ ਆਪਾਂ ਵੇਖਦੇ ਹਾਂ ਲੋਕਾਂ ਦੀ ਐਂਟਰਟੇਨਮੈਂਟ, ਛੋਟੇ ਛੋਟੇ ਬੱਚਿਆਂ ਦੇ ਕਿਹੜੇ ਕਿਹੜੇ ਵੱਡੇ ਝੂਲੇ ਆ। ਲੋਕਾਂ ਨੇ ਇੱਕ ਪੂਰਾ ਵਰਲਡ, ਆਪਾਂ ਮੂਵੀ ਵਰਲਡ ਕਹਿੰਦੇ ਆ ਆਪਣੇ ਲਾਗੇ ਬ੍ਰਿਸਬੇਨ 'ਚ ਗੋਲਡ ਕੋਸਟ ਦੇ ਰਾਜ, ਉਹ ਵਾਕਿਆ ਬੱਚਿਆਂ ਲਈ ਵਰਲਡ ਬਣਾਇਆ। ਹਾਂ ਬਿਲਕੁਲ ਸਹੀ। ਬੱਚੇ ਉੱਥੇ ਰਾਈਡਾਂ ਲੈਂਦੇ ਆ, ਬੱਚੇ ਸਵਿਮਿੰਗ ਕਰਦੇ ਆ, ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਹੈ। ਸਾਡੇ ਨਿਆਣਿਆਂ ਪਿੰਡਾਂ ਵਾਲਿਆਂ ਕੋ ਕੀ ਆ, ਪਹਿਲਾਂ ਅਸੀਂ ਗੁੱਲੀ ਡੰਡਾ ਖੇਡਦੇ ਹਾਂ, ਫਿਰ ਅਸੀਂ ਬਾਹਰ ਜਾ ਕੇ ਕਿ ਉਹ ਪਿੱਠੂ ਗਰਮ ਜਾਂ ਇਹਨਾਂ ਬਾਂਦਰ ਕਿੱਲਾ, ਇਹ ਸਾਡੀਆਂ ਖੇਡਾਂ ਸੀ ਜਿਹੜੀਆਂ ਅਸੀਂ ਐਂਟਰਟੇਨ। ਆਪਣੇ ਤੇ ਗੱਲਾਂ ਤੇ ਅਜੇ ਵੀ ਸੇਮ ਹੀ ਆ ਉਹ, ਪਰ ਜੇ ਕਹ ਲਓ ਜਿਹੜੀਆਂ ਆਪਾਂ ਖੇਡਾਂ ਖੇਡਦੇ ਨੇ ਬਾਂਦਰ ਕਿੱਲਾ, ਪਿੱਠੂ ਤੇ ਜਿਹੜੀਆਂ ਤੁਸੀਂ ਗੱਲਾਂ ਜਾਂ ਲੁਕਣ ਮਿਚੀ ਜੀ ਖੇਡਣਾ, ਪਰ ਉਹਦੀ ਜਗ੍ਹਾ ਨੂੰ ਫੋਨ ਨੇ ਲੈ ਲਈ ਆ। ਬਿਲਕੁਲ। ਤੇ ਇੱਥੇ ਪਰ ਚਲੋ ਹੈਗਾ ਕਿ ਹਰ ਸਬਰਬ ਦੇ ਵਿੱਚ ਤੁਹਾਨੂੰ ਪਾਰਕ ਮਿਲਦਾ, ਭਾਵੇਂ ਜਿੱਥੇ ਜਿਵੇਂ ਤੁਸੀਂ ਮੂਵੀ ਵਰਲਡ ਦਾ ਜ਼ਿਕਰ ਕੀਤਾ, ਚਲੋ ਉਹ ਵੱਡੇ ਝੂਲੇ ਹੋ ਗਏ ਨਾ, ਬਿਗ ਮਤਲਬ ਹੋ ਗਿਆ, ਤੁਸੀਂ ਜਾਓ ਉੱਥੇ ਸਾਰਾ ਦਿਨ ਆਪਦਾ ਫਨ ਕਰੋ, ਇੰਜੋਏ ਕਰੋ। ਪਰ ਹਰ ਸਬਰਬ 'ਚ ਝੂਲੇ ਇਹਨਾਂ ਨੇ ਲਾਏ ਹੋਏ ਆ, ਛੋਟੇ ਮੋਟੇ ਪਾਰਕ ਹੈਗੇ, ਕੰਪਲਸਰੀ ਆ ਉਹ ਕਿ ਉਹਨਾਂ ਨੇ ਤੁਹਾਨੂੰ ਬਣਾ ਕੇ ਦਿੱਤੀ ਕਿ ਬੱਚਿਆਂ ਲਈ ਬਕਾਇਦਾ। ਇੱਕ ਮੈਂ ਅੱਜ
ਕਿਸੇ ਪੱਤਰਕਾਰ ਪੁਰਾਣੇ ਬਜ਼ੁਰਗ ਸੀ, ਉਹਨਾਂ ਦੀ ਗੱਲ ਸੁਣ ਰਿਹਾ ਹਾਂ। ਉਹਨਾਂ ਨੇ ਕਿਹਾ ਕਿ ਬੜੀ ਪੁਰਾਣੀ ਇੱਕ ਸਟੇਟਮੈਂਟ ਆ ਕਿ ਬੱਚਿਆਂ ਦੀ ਜਿਹੜਾ ਮੌਲਿਕ ਅਧਿਕਾਰ ਆ ਹਾਂਜੀ ਉਹ ਅਸੀਂ ਪਛਾਣਦੇ ਨਹੀਂ ਕਿ ਉਹਨਾਂ ਦੇ ਆਪਣੇ ਅਧਿਕਾਰ ਵੀ ਹੈਗੇ। ਹਾਂਜੀ ਹਾਂਜੀ ਅਸੀਂ ਬੱਚਿਆਂ ਨੂੰ ਉਹੀ ਸਮਝਦੇ ਆ ਵੀ ਚੱਲ ਨਿਆਣੇ ਆ ਯਾਰ, ਕੋਈ ਗੱਲ ਨਹੀਂ, ਇਹਨਾਂ ਨੂੰ ਕੀ ਕਰਨਾ, ਜੇ ਕੋਈ ਚੀਜ਼ ਲਿਆਤੀ ਤੇ ਪਰਚਾਤਾ। ਪਰ ਨਿਆਣਿਆਂ ਦੀ ਆਪਣੀ ਡਿਵੈਲਪਮੈਂਟ ਵੀ ਬੜੀ ਜੀ, ਜਿਹੜੀ ਨਿਆਣਿਆਂ ਦੀ ਆਪਾਂ ਕਹਿੰਦੇ ਨਾ ਕਿ ਜੰਮਦੇ ਬੱਚੇ ਇੰਨੇ ਤੇਜ਼ ਹੁੰਦੇ ਆ ਕਿ ਤੁਸੀਂ ਇਹ ਵੇਖੋਗੇ ਕਿ ਉਹਨਾਂ ਨੇ ਇਹੋ ਜਿਹੀਆਂ ਐਲੋਕਾਰ ਗੱਲਾਂ ਕਰ ਦਿੱਤੀਆਂ ਜਿਨ੍ਹਾਂ ਨੂੰ ਤੁਸੀਂ ਯਕੀਨ ਨਹੀਂ ਕਰ ਸਕਦੇ। ਤੁਸੀਂ ਆ ਜਿਹੜੀ ਗੱਲ ਕੀਤੀ ਨਾ ਜੰਮਦੇ ਬੱਚਿਆਂ ਨੇ ਐਲੋਕਾਰ ਗੱਲਾਂ, ਵਾਕਿਆ ਗੱਲ ਸਹੀ ਹੈ ਵੀ ਜ਼ਮਾਨਾ ਜਿੱਦਾਂ ਕਹਾਂਗਾ ਤੇਜ਼ ਦਾ ਹੀ ਜਾਂਦਾ ਜੀ। ਮੈਂ ਤੇ ਦਲਜੀਤ ਭਾਜੀ ਅਸੀਂ ਅਕਸਰ ਹੀ ਗੱਲ ਕਰਦੇ ਨੇ, ਪਹਿਲਾਂ ਕਈ ਪ੍ਰੋਗਰਾਮਾਂ 'ਚ ਅਸੀਂ ਕੀਤੀ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ, ਜਾਂ ਅੱਗੇ ਤੋਂ ਅੱਗੇ ਤੇਜ਼ ਦਾ ਜ਼ਮਾਨਾ ਆਈ ਜਾ ਰਿਹਾ ਜੀ ਜੀ। ਤੇ ਹੁਣ ਗਾਂ ਦੀਆਂ ਚੀਜ਼ਾਂ ਐਡਵਾਂਸ ਆ ਰਹੀਆਂ। ਟੈਕਨੋਲੋਜੀ ਦੀ ਗੱਲ ਕਰੋ ਹੈ ਨਾ, ਪਹਿਲਾਂ ਦੂਜੇ ਫੋਨ ਹੁੰਦੇ ਸੀਗੇ, ਪਹਿਲਾਂ ਹੁੰਦਾ ਹੀ ਨਹੀਂ ਸੀ ਫੋਨ, ਫਿਰ ਫੋਨ ਆ ਗਏ, ਫਿਰ ਮੋਬਾਈਲ ਫੋਨ ਆ ਗਏ, ਫਿਰ ਮੋਬਾਈਲ ਫੋਨ ਦੇ ਵਿੱਚ ਪਹਿਲਾਂ ਜਦੋਂ ਆਈਫੋਨ 3 ਆਇਆ ਸੀਗਾ ਜੀ, ਕਿੰਨੀ ਬੱਲੇ ਬੱਲੇ ਸੀ ਨਾ, ਵੀ ਪਤਾ ਨਹੀਂ ਕੀ ਆ ਗਿਆ ਉਹ ਟੱਚ ਸਕਰੀਨ ਵਾਲਾ। ਤੇ ਹੁਣ ਅੱਜ ਕੱਲ ਆਈਫੋਨ 11 ਲੈ ਕੇ ਵੀ ਬੰਦਾ ਉਹਦੇ 'ਚ ਨੁਕਸ ਕੱਢੀ ਜਾਂਦਾ, ਆਈਫੋਨ 11 ਜਿਹਨੂੰ ਕਹਿੰਦੇ ਆ। ਬਿਲਕੁਲ। ਤੇ ਇਹ ਜਿੱਦਾਂ ਹੁਣ ਬੱਚਿਆਂ ਦੀ ਆਪਾਂ ਗੱਲ ਕਰਦੇ ਨਾ, ਅਕਸਰ ਹੀ ਤੁਸੀਂ ਵੇਖੋ ਜਦੋਂ ਆਪਾਂ ਹਰ ਘਰ 'ਚ ਬੱਚਾ ਦੇਖਦੇ ਆ, ਆਪਾਂ ਆਪਦੇ ਬੱਚੇ ਸਭ ਨੂੰ ਪਿਆਰੇ ਹੁੰਦੇ, ਪਹਿਲੀ ਗੱਲ ਹਨਾ ਜੀ ਜੀ। ਪਰ ਦੂਜੀ ਗੱਲ ਆਪਾਂ ਕਹਿੰਦੇ ਜੀ ਮੇਰਾ ਬੱਚਾ ਬੜਾ ਤੇਜ਼, ਜਾਂ ਤੁਸੀਂ ਕਹਿੰਦੇ ਮੇਰਾ ਬੱਚਾ ਬੜਾ ਤੇਜ਼, ਪਰ ਮੈਂ ਅਕਸਰ ਇਹ ਗੱਲ ਕਹਿੰਦਾ ਵੀ ਜਵਾਕ ਹੁਣ ਸਾਰੇ ਹੀ ਬੜੇ ਤੇਜ਼ ਹੈ। ਤੁਸੀਂ ਇਹ ਨਹੀਂ ਕਿਹਾ, ਹੁਣ ਜਿਹੜੇ ਰੋਜ਼ ਦੀ ਰੋਜ਼ ਬੱਚਿਆਂ ਦਾ ਜਨਮ ਹੋ ਰਿਹਾ ਨਾ, ਉਹ ਅਪਡੇਟਡ ਸੌਫਟਵੇਅਰ ਹੀ ਆ ਰਿਹਾ ਗਾਂ ਦੀ ਗਾਂ। ਇਹ ਤੇ ਵੇਖੋ ਅਜੇਪਾਲ ਜੀ, ਇਹ ਮੇਰੀ ਮੰਨਣੀ ਆ ਇਹ ਗੱਲ। ਇਹ ਵੇਖੋ ਹਰ ਬੰਦਾ ਯੂਨੀਕ ਆ। ਮੇਰੀ ਬੜੀ ਸਟਰੋਂਗ ਥਿੰਕਿੰਗ ਹੈ, ਮੇਰੀ ਨਹੀਂ, ਇਹ ਯੂਨੀਵਰਸਲੀ ਕਹਿ ਲਓ ਤੁਸੀਂ। ਹਾਂਜੀ ਹਾਂਜੀ, ਇਹ ਇਕੱਲਾ ਮੈਂ ਨਹੀਂ, ਮੈਂ ਆਪ ਕਹਿਣਾ। ਇਹ ਇੱਕ ਤੇ ਵੀਡੀਓ ਦਿਖਾਈਏ ਮਾੜੀ ਜੀ ਦਰਸ਼ਕਾਂ ਨੂੰ, ਮੈਂ ਉਹ ਸ਼ੇਅਰ ਵੀ ਕਰਨੀ, ਪਰ ਤੁਸੀਂ ਗੱਲ 'ਚੋਂ ਹੀ ਗੱਲ ਚੱਲ ਪਈਏ। ਪਹਿਲਾਂ ਵੈਸੇ ਮੈਂ ਹੋਰ ਵੀਡੀਓ ਸ਼ੇਅਰ ਕਰਨੀ, ਪਰ ਆਪਾਂ ਪਹਿਲਾਂ ਬੱਚੇ ਵਾਲੀ ਦਿਖਾ ਦਈਏ ਜਿਹੜਾ ਬੱਚਾ ਦੁੱਧ ਪੀਂਦਾ। ਬੜੀ ਦੇਖੋ ਮਾੜੀ ਜੀ ਵੀਡੀਓ। ਬਿਲਕੁਲ। ਤੁਸੀਂ ਹੁਣ ਵੇਖ ਲਓ, ਆ ਮੈਨੂੰ ਨਹੀਂ ਪਤਾ ਕਿ ਬੱਚਾ 2 ਘੰਟਿਆਂ ਦਾ ਜਾਂ ਮੈਕਸਿਮਮ ਕੋਈ 2 ਦਿਨਾਂ ਦਾ। ਔਰ ਉਹਨਾਂ ਨੇ ਹੁਣ ਇਹ ਨਹੀਂ ਮੈਨੂੰ ਸਮਝ ਆਉਂਦੀ ਕਿ ਇਹਦੇ ਲਈ ਉਹਨਾਂ ਨੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਕੀਤਾ, ਨਹੀਂ ਤੇ ਛੋਟੇ ਬੱਚੇ ਨੂੰ ਇਦਾਂ ਦੁੱਧ ਫੜਾਉਂਦੇ ਨਹੀਂ। ਵੀ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਵੀ ਇਹਨੂੰ ਗਲਾਸ ਰੱਖ ਦਿੱਤਾ ਜਾਵੇ ਜਾਂ ਇਹ ਆਪੇ ਹੱਥਾਂ ਨਾਲ ਹੋਲਡ ਕਰ ਲੂਗਾ ਤੇ ਪੀ ਲੂਗਾ? ਮੇਰੇ ਤਾਂ ਸਮਝ ਤੋਂ ਬਾਹਰ ਹੈ। ਹਾਂ, ਉਹ ਮਤਲਬ ਔਰ ਕੋਈ ਇਦਾਂ ਵੀ ਨਹੀਂ ਹੈਗਾ ਕਿ ਕੋਈ ਫੇਕ ਵੀਡੀਓ ਜਾਂ ਕੁਝ, ਬਿਲਕੁਲ ਰੀਅਲ ਵੀਡੀਓ ਆ। ਰੀਅਲ ਵੀਡੀਓ, ਔਰ ਇਹ ਹੈ ਵੀ ਬਾਹਰ ਦੀ ਆ। ਹਾਂਜੀ ਹਾਂ, ਇੱਥੇ ਇਹੋ ਜਿਹਾ ਤਜਰਬਾ ਕਰਦੇ ਨਹੀਂ। ਹਾਂ, ਪਰ ਫਿਰ ਵੀ ਮੈਂ ਕਹਿੰਦਾ ਚਲੋ ਜੇ ਹੋਇਆ ਵਾ। ਪਰ ਉਹ ਗੱਲ ਹੈਗੀ ਨਾ, ਹੁਣ ਤੁਸੀਂ ਜਿਹੜੀ ਕਰ ਰਹੇ ਸੀ ਗੱਲ, ਵੀ ਹੁਣ ਦੇਖੋ ਬੱਚੇ ਗਾਂ ਦੀ ਗਾਂ ਐਡਵਾਂਸ ਹੀ ਸੌਫਟਵੇਅਰ ਆ ਰਿਹਾ ਨਾ, ਸੌਫਟਵੇਅਰ ਆ ਰਿਹਾ। ਮੈਨੂੰ ਲੱਗਦਾ ਜਾਂ ਹੋ ਸਕਦਾ ਕਿਸੇ ਵੇਲੇ ਜਿੱਦਾਂ ਮਾਂ ਨੂੰ ਦੁੱਧ ਫੜਾ ਕੇ ਗਏ ਆ ਤੇ ਉਹਨੇ ਸਾਰਾ ਪੀ ਲਿਆ, ਤੇ ਕੋਈ ਐਵੇਂ ਹੀ ਜਿੱਦਾਂ ਮਾਂ ਨੂੰ ਲਾਡ ਆਇਆ, ਪਹਿਲਾਂ ਮੈਂ ਉਹਨੂੰ ਗਲਾਸ ਫੜਾਉਂਦੀ। ਹਾਂਜੀ ਹਾਂਜੀ ਹਾਂ, ਔਰ ਉਹਨੇ ਉਹ ਵੇਖ ਲਓ ਐਕਟਿਵ ਹੋਇਆ। ਹਾਂਜੀ ਹਾਂਜੀ, ਨਹੀਂ ਬੱਚੇ, ਮੈਂ ਅੱਗੇ ਜਿਹੜੀ ਗੱਲ ਕਰਨ ਡਿਆ ਨਾ ਵੀ ਯੂਨੀਕ ਹਰ ਬੰਦਾ, ਹਾਂਜੀ ਹਾਂਜੀ, ਹਰ ਵਿਅਕਤੀ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਜਿਹੜਾ ਨਵਾਂ ਵਾ। ਹਾਂਜੀ ਹਾਂਜੀ, ਪੁਰਾਣਿਆਂ ਦੇ ਵਿੱਚ ਵੀ ਸੀ, ਨਵਿਆਂ 'ਚ ਵੀ ਹੈਗੀ ਆ। ਅਸੀਂ ਨਹੀਂ ਮੰਨਦੇ, ਵੱਖਰੀ ਗੱਲ। ਸਾਡੀ ਇੱਕ ਬੜੀ ਮੈਂ ਸਮਝਦਾ ਹੁੰਦਾ ਵੀ ਤਰਾਸਦੀ ਆ, ਹਰ ਪਿਓ ਇਹ ਕਹਿੰਦਾ ਕਿ ਮੇਰਾ ਮੁੰਡਾ ਮੇਰੀ ਵਰਗਾ ਹੋਵੇ, ਜਦ ਕਿ ਪਿਓ ਨੂੰ ਇਹ ਨਹੀਂ ਪਤਾ ਵੀ ਤੂੰ ਆਪ ਤੇ ਕਈਆਂ ਗੱਲਾਂ 'ਚ ਫੇਲ ਹੋਇਆ, ਤੂੰ ਆਪਣੇ ਨਿਆਣੇ ਵੀ ਫੇਲ ਕਰਨੇ ਆ। ਹਾਂਜੀ ਹਾਂਜੀ, ਬੱਚਾ ਜਿਹੜਾ ਨਾ ਤੁਹਾਡਾ, ਤੁਹਾਡੇ ਨਾਲੋਂ ਅਪਡੇਟ ਹੀ ਹੁੰਦਾ, ਹਮੇਸ਼ਾ ਪਿਓ ਨਾਲੋਂ ਵਧੀਆ ਹੁੰਦਾ। ਪਰ ਪਿਓ ਇਹ ਕੋਸ਼ਿਸ਼ ਕਰਦਾ ਹੁੰਦਾ, ਮੈਂ ਇਹ ਸੋਚਦਾ ਹੁੰਦਾ ਵੀ ਜਿਹੜਾ ਪਿਓ ਆਪਣੇ ਨਿਆਣੇ ਨੂੰ ਆਪਣੇ ਅਕੋਰਡਿੰਗ ਹੀ ਢਾਲਣ ਦੀ ਕੋਸ਼ਿਸ਼ ਕਰਦਾ ਨਾ। ਪਰ ਇੱਥੇ ਇਹ ਨਹੀਂ ਮਤਲਬ ਕੋਈ ਸਮਝ ਲੱਗੀ ਪਿਓ ਦੀ ਅਹਿਮੀਅਤ ਨਹੀਂ, ਜਾਂ ਵੀ ਪਿਓ ਸਿਆਣਾ ਨਹੀਂ। ਹਾਂ ਨਹੀਂ, ਉਹ ਆਪ ਵੀ ਯੂਨੀਕ ਸੀ ਨਾ। ਹਾਂਜੀ ਹਾਂਜੀ, ਉਹ ਵੀ ਤੇ ਪਹਿਲਾ ਬੱਚਾ ਸੀ ਨਾ। ਹਾਂਜੀ ਹਾਂਜੀ, ਉਹ ਜਦੋਂ ਬੱਚਾ ਸੀ ਉਹਦੇ ਕੋਲ ਆਪਣੀ ਇੱਕ ਗੁਣ ਸੀ। ਹਾਂਜੀ ਹਾਂ, ਉਹਨੇ ਆਪਣੇ ਬਜ਼ੁਰਗ ਨੂੰ, ਆਪਣੇ ਵੱਡਿਆਂ ਨੂੰ ਉਹ ਚੰਗੀਆਂ ਗੱਲਾਂ ਦੱਸੀਆਂ ਸੀ। ਇਹ ਵੱਖਰੀ ਗੱਲ ਆ ਕਿ ਮਾੜੀ ਸੰਗਤ 'ਚ ਪੈ ਕੇ ਕਈ ਮੁੰਡੇ ਉਹੋ ਜਿਹੀਆਂ ਗੱਲਾਂ ਕਰ ਦਿੰਦੇ, ਕਈ ਧੀਆਂ ਉਹੋ ਜਿਹੀਆਂ ਗੱਲਾਂ ਕਰ ਦਿੰਦੇ ਆ। ਉਹ ਤੇ ਸਾਰੀ ਨੇਚਰ ਦੇ ਵਿੱਚ ਕੋਈ ਜਿੱਦਾਂ ਸਮਾਜ ਆ ਉਹ ਹੋਣਾ ਹੀ ਆ। ਉਹ ਬਿਲਕੁਲ ਚੰਗੇ ਮਾੜੇ ਅਨਸਰ, ਚੰਗੇ ਮਾੜੇ ਸਾਰਾ ਕੁਝ ਇੱਕ ਘਟਨਾਵਾਂ ਤੇ ਘਟਦੀਆਂ। ਬਿਲਕੁਲ। ਅਸੀਂ ਸਮਾਜ 'ਚ ਇੱਕ ਬੰਦਾ ਜਿਹੜਾ ਵਧੀਆ ਤਰੱਕੀ ਕਰਦਾ, ਉਹਨੂੰ ਇੱਕ ਰੋਲ ਮਾਡਲ ਲੈ ਕੇ ਮੰਨਿਆ ਜਾਂਦਾ। ਅਸੀਂ ਕਹਿ ਲੈਂਦੇ ਆ ਕਿ ਤੁਸੀਂ ਇਹਦੇ ਵਰਗੇ ਬਣੋ, ਫਲਾਣੇ ਵਰਗੇ ਬਣੋ। ਹਾਂਜੀ ਹਾਂ, ਵੀ ਉਹ ਕੰਮ ਕਰੋ। ਹੋ ਸਕਦਾ ਕਿ ਉਹ ਕੰਮ ਉਹਨੇ ਕਰ ਲਿਆ, ਤੁਸੀਂ ਉਹ ਤੋਂ ਵੀ ਬਿਹਤਰ ਕਰ ਸਕਦੇ ਹੋ। ਅਸੀਂ ਸੀਮਿਤ ਕਰ ਲੈਂਦੇ ਨੇ ਵੀ ਤੁਸੀਂ ਉਹ ਕੰਮ ਕਰੋਗੇ ਤੇ ਫਿਰ ਵਧੀਆ। ਸੋ ਬੱਚੇ ਨੂੰ ਕਦੇ ਵੀ ਅੰਡਰ ਐਸਟੀਮੇਟ ਨਾ ਕਰੋ। ਉਹਨੂੰ ਇਹ ਨਾ ਸੋਚੋ ਕਿ ਇਹ ਕੁਝ ਨਹੀਂ ਕਰ ਸਕਦਾ ਜਾਂ ਇਹ ਬਹੁਤ ਕੁਝ ਕਰ ਸਕਦਾ। ਨਾ ਉਹਨੂੰ ਛੇੜੋ ਹੀ। ਉਹਦੀ ਪਹਿਲਾਂ 10 ਸਾਲ ਤੱਕ, 12 ਸਾਲ ਤੱਕ ਵੇਖੋ ਕੀ ਕਰ ਰਿਹਾ। ਹਾਂ, ਤੁਹਾਡਾ ਫਰਜ਼ ਆ ਉਹਨੂੰ ਜਿਹੜੀ ਆਲੇ ਦੁਆਲੇ ਵਾਲੇ ਪਾਸੇ ਆ ਉਹ ਗਿਆਨ ਦੇਣਾ, ਤੇ ਮਾਂ ਪਿਓ ਦਾ ਫਰਜ਼ ਆ। ਤੇ ਮਾਂ ਪਿਓ ਦਿੰਦਾ, ਚੰਗਾ ਮਾਂ ਪਿਓ ਦਿੰਦਾ ਕਿ ਉਹਨੇ ਵਿਦਿਆ ਦਾ ਗਿਆਨ ਦੇਣਾ। ਮਾਂ ਪਿਓ ਕੋਸ਼ਿਸ਼ ਕਰਦੇ ਵੱਧ ਤੋਂ ਵੱਧ ਵੀ ਜਿੰਨਾ ਹੋ ਸਕਦਾ ਵੀ ਰਹਿਣ ਸਹਿਣ ਗਿਆਨ। ਮੈਂ ਕਈ ਵੇਖਿਆ ਜਦੋਂ ਸਾਡੇ, ਤੁਹਾਨੂੰ ਪਤਾ ਵੀ ਪਹਿਲਾਂ ਗੱਲ ਚੱਲ ਗਈ ਹੁਣ
ਹਾਂਜੀ ਵੀ ਜੂੜਿਓ ਫੜ ਫੜ ਕੇ ਤੇ ਅੰਕਲ ਨੂੰ ਸਤਿ ਸ੍ਰੀ ਅਕਾਲ ਬੁਲਾ। ਅੱਛਾ ਧੌਣੋ ਉਧਰੋਂ ਫੜ ਲਿਆਉਣਾ, ਅੰਕਲ ਜੇ ਮਗਰੋਂ ਆਇਆ ਹੋਣਾ ਤੇ ਗਿੱਚੀਆਂ ਫੜ ਕੇ ਤੇ ਅਗਲੇ ਬੰਨੇ ਤੇ ਨਿਆਣੇ ਨੇ ਆਖਣਾ ਮੇਰੀ ਗਿੱਚੀ ਢਿੱਲੀ ਕਰ, ਫੇਰ ਸਤਿ ਸ੍ਰੀ ਅਕਾਲ ਨਿਕਲੀ। ਉਹਦੇ ਚਿਰ ਤੱਕ ਉਹਨੂੰ ਛੱਡਣਾ ਨਹੀਂ ਤੇ ਅਸੀਂ ਵੀ ਡਰਦੇ ਰਹਿਣਾ ਵੀ ਹੁਣ ਅੰਕਲ ਆ ਗਿਆ, ਇਹਨੂੰ ਆਂਟੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣੀ, ਅੰਕਲ ਨੂੰ ਜਿਹਨੂੰ ਨਹੀਂ ਬੁਲਾਈ ਮਗਰੋਂ ਛਿੱਤਰ। ਤੇ ਫਿਰ ਦੂਜੀ ਗੱਲ ਇਹ ਆ, ਅਸੀਂ ਪਤਾ ਕੀ ਹੈ ਸ਼ੁਰੂ ਤੋਂ ਸਾਡੀ ਗੱਲ ਇਹ ਅਜਪਾਲ ਜੀ, ਪਰ ਇਹ ਉਦਾਂ ਬੱਚਿਆਂ ਇਹ ਚਲੋ ਠੀਕ ਹੈ, ਪਰ ਬੱਚਿਆਂ ਕੋਲੋਂ ਸਤਿ ਸ੍ਰੀ ਅਕਾਲ ਕਹਾਉਣੀ ਤਾਂ ਬਹੁਤ ਔਖਾ ਕੰਮ ਹੈ। ਇੱਥੇ ਵੀ ਮੈਨੂੰ ਤਾਂ ਬਹੁਤ ਹਾਰਡ ਲੱਗਦਾ। ਨਹੀਂ ਸਾਰਿਆਂ ਕੋਲ ਔਖਾ ਸੀ, ਉਦੋਂ ਵੀ ਸਾਡੇ ਲਈ ਵੀ ਔਖਾ ਸੀ। ਪਰ ਉਹ ਇੱਕ ਟਾਈਮ ਆਉਂਦਾ ਬੱਚਾ ਆਪਣੇ ਆਪ ਹੀ, ਜਿੱਦਾਂ ਤੁਸੀਂ ਹੌਲੀ ਹੌਲੀ ਚਲੋ ਕਹੀ ਚੱਲੋ, ਦੱਸਣਾ ਆਪਣਾ ਫਰਜ਼ ਹੈ, ਸਮਝਾਉਣਾ ਫਰਜ਼ ਹੈ। ਨਹੀਂ ਸਾਡਾ ਪਤਾ ਕੀ ਹੈ, ਇਹ ਸਾਡਾ ਵਿਦਿਅਕ। ਤੁਸੀਂ ਇੱਕ ਚੀਜ਼ ਨੋਟ ਕੀਤੀ ਇੱਥੋਂ ਵਾਲੇ ਬੱਚਿਆਂ ਦੇ ਵਿੱਚ, ਤੁਸੀਂ ਮੈਨੂੰ ਦੱਸਿਓ ਵੀ ਜਾਂ ਆਪਣੇ ਦਰਸ਼ਕ ਵੀ ਜੇ ਸੁਣਦੇ, ਇੱਥੋਂ ਦੇ ਜਿਹੜੇ ਬੱਚੇ ਬੋਰਨ ਹੈ, ਮੈਂ ਇਹ ਚੀਜ਼ ਨੋਟ ਕੀਤੀ ਬਹੁਤ ਸਾਰੀਆਂ ਆਪਣੀਆਂ ਫੈਮਲੀਆਂ ਦੇ ਵਿੱਚ, ਉਹ ਸਤਿ ਸ੍ਰੀ ਅਕਾਲ ਕਹਿ ਦੇਣਗੇ, ਨਾ ਕਿ ਅੰਕਲ ਕਹਿੰਦੇ ਨਾ ਆਂਟੀ ਕਹਿੰਦੇ ਆ, ਨਾ ਚਾਚੀ ਤਾਈ ਨਾ ਭੂਆ ਮਾਸੀ, ਕੁਛ ਨਹੀਂ ਕਹਿੰਦੇ ਆ, ਪਰ ਬੜਾ ਔਖਾ ਕਹਿੰਦੇ ਆ। ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਹੁਣ ਗੱਲ ਚੇਤੇ ਆ ਗਈ ਹੈ ਨਾ, ਉਹ ਕਹਿ ਦੇਣਗੇ ਸਤਿ ਸ੍ਰੀ ਅਕਾਲ, ਫਿਰ ਕਹੀਦਾ ਪੁੱਤ ਕੋਈ ਚਾਚਾ ਕੋਈ ਤਾਇਆ ਵੀ ਕੁਛ ਤੇ ਨਾਲ ਕਹੋ, ਹਨਾ। ਮੇਰੇ ਤਾਈ ਦਾ ਬੇਟਾ ਤੇ ਉਹ ਆਂਦਾ ਵੀ ਜਦੋਂ ਮੈਂ 10ਵੀਂ 'ਚ ਹਾਂ ਨਾ, ਸਕੂਲੇ ਸਰਕਾਰੀ ਸਕੂਲੇ ਪੜ੍ਹਦਾ ਹੈ, ਕਹਿੰਦਾ ਅਸੀਂ ਆਪਸ 'ਚ ਗੱਲਾਂ ਕਰਨੀਆਂ ਵੀ ਤੂੰ ਕੀ ਕਹਿੰਦਾ ਆਪਣੇ ਘਰ ਮੰਮੀ ਆਪਣੀ ਨੂੰ। ਅੱਛਾ। ਉਹ ਕੋਈ ਕਹਿੰਦਾ ਮੈਂ ਮੰਮੀ ਆ ਨਾ, ਕੋਈ ਕਹਿੰਦਾ ਮੈਂ ਬੇਬੇ ਆ ਨਾ, ਕੋਈ ਮਾਂ ਜੀ ਆਂਦਾ ਹੈ। ਅੱਛਾ। ਇੱਕ ਵਿੱਚ ਫਸ ਗਿਆ, ਉਹਨੂੰ ਸੱਚੀ ਗੱਲ ਹੈ। ਹਾਂਜੀ। ਉਹ ਕਹਿੰਦਾ ਵੀ ਤੂੰ ਕੀ ਕਹਿੰਦਾ, ਉਹ ਕਿੰਨੀ ਵਾਰੀ ਸੋਚ ਸੱਚ ਕੇ ਕਹਿੰਦਾ, ਆਂਦਾ ਯਾਰ ਮੈਂ ਤੇ ਕਦੇ ਕੁਝ ਆਖਿਆ ਹੀ ਨਹੀਂ। ਅੱਛਾ। 10ਵੀਂ ਕਲਾਸ 'ਚ ਪੜ੍ਹਦਾ, ਆਂਦਾ ਮੈਂ ਤੇ ਕੋਈ ਆਖਿਆ ਨਹੀਂ। ਆਂਦਾ ਵੀ ਤੂੰ ਕੀ ਕਹਿੰਦਾ, ਆਂਦਾ ਮੈਂ ਤੇ ਜਿਹੜੀ ਚੀਜ਼ ਹੁੰਦੀ ਮੈਂ ਮੰਗ ਲੈਂਦਾ, ਮੈਂ ਤੇ ਕਦੇ ਇਹ ਵੀ ਨਹੀਂ ਆਖਿਆ ਵੀ ਤੂੰ ਮੰਮੀ ਕੀ ਕਹਿੰਦਾ। ਆਂਦਾ ਮੈਂ ਨਾ ਚਾਹ ਫੜਾ, ਰੋਟੀ ਫੜਾ। ਆਂਦਾ ਵਾਕਿਆ ਮੈਂ ਤੇ ਕਦੇ ਸੋਚਿਆ ਵੀ ਨਹੀਂ ਵੀ ਇਹ ਵੀ ਕਹਿਣਾ ਹੁੰਦਾ। ਅੱਛਾ। ਕਹਿਣ ਦਾ ਮਤਲਬ ਇਹ ਵੀ ਖੁੱਲਾ ਬਣ ਜਾ। ਹੁਣ ਇਹ ਸਾਰੀ ਵਿਦਿਅਕ ਪ੍ਰਣਾਲੀ ਤੇ ਗੱਲ ਬਣਦੀ ਹੈ। ਪਹਿਲਾਂ ਸਾਨੂੰ ਜਦੋਂ ਅੰਗਰੇਜ਼ੀ ਲਿਆਣ ਕੇ ਵਿੱਚ ਇਹਨਾਂ ਨੇ ਵਾੜੀ, ਅੰਗਰੇਜ਼ੀ ਸਕੂਲ ਵਾੜੇ, ਅਸੀਂ ਐਕਸੈਪਟ ਨਹੀਂ ਕੀਤੇ, ਬਚਪਨ 'ਚ ਨਹੀਂ ਕੀਤੇ। ਤੁਸੀਂ ਕਈ ਵਾਰੀ ਵੇਖਿਆ ਜਦੋਂ ਨਿਆਣਾ ਸਕੂਲੇ ਨਹੀਂ ਜਾਂਦਾ, ਨਿਆਣੇ ਨੂੰ ਕੋੜ ਕੇ ਸਕੂਲੇ ਕੱਢਦੇ ਆ। ਮੇਰਾ ਤਾਂ ਆਪ ਇਦਾਂ ਹੁੰਦੀ ਵੀ ਮੰਮੀ ਡੈਡੀ ਮੇਰੇ ਟੀਚਰ ਸੀਗੇ, ਮੈਂ ਉਸ ਸਕੂਲੇ ਜਾਣਾ ਚਾਹੁੰਦਾ, ਪਰ ਮੈਨੂੰ ਅੰਗਰੇਜ਼ੀ ਸਕੂਲੇ ਭੇਜਿਆ ਜਾਂਦਾ ਸੀ ਉਦਾਂ ਜਿੱਦਾਂ। ਪਰ ਮੈਂ 2 ਸਾਲ ਹੀ ਗਿਆ, ਮੁੜ ਕੇ ਫਿਰ ਗਿਆ ਆਪਾਂ ਇੱਥੋਂ ਦੇ ਨਿਆਣੇ ਦੀ ਸਕੂਲ ਜਾਣੀ ਤੇ ਉੱਥੋਂ ਦੇ ਨਿਆਣੇ ਦੀ ਸਕੂਲ ਜਾਣੀ ਦਾ ਵੀ ਫਰਕ ਹੈ। ਉਹ ਵੀ ਕਰਦੇ ਆਪਾਂ, ਅਗਲੀ ਗੱਲ ਉਹ ਵੀ ਕਰਨੀ ਹੈ। ਅੱਛਾ, ਇਹ ਗੱਲ ਠੀਕ। ਤੇ ਇਹ ਚਲੋ ਗੱਲ ਹੋ ਗਈ। ਮੈਂ ਹੁਣ ਅਗਲੀ ਗੱਲ ਆਪਾਂ ਨਾਲ ਲੱਗਦੀ ਜੋੜ ਦਿੰਦੇ ਵੀ ਜਿੱਦਾਂ ਇਹ ਬੱਚੇ ਬਾਰੇ ਆਪਾਂ ਗੱਲਬਾਤ ਕੀਤੀ, ਤੇ ਪਰ ਜਦੋਂ ਪੁਰਾਣੇ ਟਾਈਮ ਦੇ ਹੁਣ ਤੁਸੀਂ ਜਿਵੇਂ ਗੱਲ ਚਲਾ ਹੀ ਲਈ, ਜਦੋਂ ਸਕੂਲੇ ਜਾਂਦੇ ਹੁੰਦੇ ਸੀਗੇ, ਕਿੱਦਾਂ ਜਾਂਦੇ ਤੁਸੀਂ? ਖੁਸ਼ੀ ਜਾਂਦੇ ਹੁੰਦੇ ਸੀ ਜਾਂ? ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਪਿੱਟ ਸਿਆਪਾ। ਤੁਸੀਂ ਪਹਿਲਾਂ ਜਿਹੜੀ ਕੋਈ ਵੀਡੀਓ ਬੱਚੇ ਵਾਲੀ ਵੇਖਣੀ, ਵੀਡੀਓ ਚਲੋ ਤੁਹਾਨੂੰ ਹੁਣੇ ਫਿਰ ਤੁਸੀਂ ਦੱਸੋ ਵੀ ਤੁਸੀਂ ਵੀ ਉਦਾਂ ਹੀ ਜਾਂਦੇ ਸੀ ਜਾਂ? ਦਿਖਾਇਓ। ਆਓ ਫਿਰ ਦੇਖਦੇ ਵੀਡੀਓ। ਦੋਸਤੋ ਅਸੀਂ ਤੁਹਾਨੂੰ ਵੀਡੀਓ ਦਿਖਾਈ ਹੈ ਇੱਕ, ਤੇ ਤੁਸੀਂ ਵੀ ਦੱਸਿਓ ਮਤਲਬ ਕਮੈਂਟ ਕਰਕੇ ਵੀ ਤੁਸੀਂ ਸਕੂਲੇ ਇਦਾਂ ਹੀ ਜਾਂਦੇ ਸੀ ਜਾਂ ਠੀਕ ਠਾਕ ਪਹੁੰਚ ਜਾਂਦੇ ਸੀ। ਤੇ ਆਪਾਂ ਜਗਦੀਪ ਭਾਜੀ ਨੂੰ ਪੁੱਛਦੇ ਵੀ ਇਹ ਕਿੱਦਾਂ ਜਾਂਦੇ? ਅੱਛਾ, ਮੈਂ ਨਾ ਜਦੋਂ ਉੱਥੇ ਆਪਣੇ ਪਿੰਡਾਂ ਦੇ ਵਿੱਚ ਨਵੇਂ ਸਕੂਲ ਖੁੱਲੇ, ਹਾਂਜੀ, ਨਵੇਂ ਸਕੂਲ ਲੋਕਾਂ ਨੇ ਅੰਗਰੇਜ਼ੀ ਜਿਹੜੇ ਖੁੱਲੇ ਸੀ, ਉਹ ਤਕਰੀਬਨ ਮਾਸਟਰਾਂ ਦੇ ਨਾਲ ਉਹਨਾਂ ਦੇ ਸੰਬੰਧ ਹੈਗੇ। ਹਾਂਜੀ। ਉਹਨਾਂ ਨੇ ਸਾਡੇ ਵੀ ਸੰਬੰਧ ਜਿਹੜੇ, ਮੇਰੇ ਨਾਨਾ ਜੀ, ਮੈਂ ਨਾਨਕੇ ਪੜ੍ਹਿਆ ਆਪਣੇ, ਹਾਂਜੀ, ਇਹ ਬਤਾਲੇ ਦੀ ਗੱਲ। ਹਾਂਜੀ। ਉੱਥੇ ਉਹਨਾਂ ਨੇ ਆਖਿਆ ਕਿ ਆਪਣਾ ਜਿਹੜਾ ਦੋਹਤਾ ਤੁਸੀਂ ਭੇਜੋ ਸਾਡੇ ਅੰਗਰੇਜ਼ੀ ਸਕੂਲੇ। ਹਾਂਜੀ। ਅੱਛਾ, ਵੇਖੋ ਕੁਦਰਤ ਵੱਲੋਂ ਹੀ ਹਾਂਜੀ, ਮੈਨੂੰ ਕੋਈ ਅੰਗਰੇਜ਼ੀ ਤੋਂ ਮਾੜਾ ਐਕਸਪੀਰੀਅੰਸ ਨਹੀਂ ਹੋਇਆ। ਮੇਰੇ ਜਿਹੜੇ ਨਾਨਾ ਜੀ ਉਹ ਵੀ ਟੀਚਰ ਸੀ, ਪੜ੍ਹਨ ਵਾਲੀ ਫੈਮਿਲੀ, ਕੋਈ ਇਹੋ ਜਿਹੀ ਨਹੀਂ ਗੱਲ। ਲਓ ਜੀ, ਮੇਰੇ ਗਿੱਟੇ ਛਿਲੇ ਗਏ ਇਹਦੇ ਵਾਂਗੂ ਹੀ ਜਿੱਦਾਂ ਮੈਂ ਸਕੂਲੇ ਖੜਿਆ। ਅੱਛਾ। ਚੱਪਲਾਂ ਰਹਿ ਗਈਆਂ, ਪਿੱਛੋਂ ਚੱਪਲ ਫੜ ਗਏ। ਪ੍ਰਿੰਸੀਪਲ ਨੇ ਇੱਕ ਪਾਸੇ ਚੁੱਕਿਆ, ਇੱਕ ਬੰਨੇ ਦੂਜੇ ਟੀਚਰ ਨੇ ਚੁੱਕਿਆ, ਤੇ ਬਸਤਾ ਕਿਸੇ ਨੇ ਫੜਿਆ। ਮੈਂ ਚੀਕਾਂ ਮਾਰਦਾ ਗਿਆ, ਉਸੇ ਤੱਕ ਪਹੁੰਚਿਆ। ਮੈਨੂੰ ਲੱਗਦਾ ਵੀ ਵੱਧ ਤੋਂ ਵੱਧ 5 ਜਾਂ 4 ਮਹੀਨੇ ਮੈਂ ਉਸ ਸਕੂਲੇ ਰੈਗੂਲਰ ਗਿਆ, ਵੀ ਜਾਣਾ ਇਦਾਂ ਹੀ, 3-4 ਦਿਨ ਇਦਾਂ ਜਾਣਾ, ਕਦੇ ਘਰੇ ਕੁੱਟ ਖਾ ਕੇ ਬਹਿ ਜਾਣਾ, ਕਦੇ ਉੱਥੇ ਚਲ ਗਿਆ। ਫਿਰ ਉਹਨਾਂ ਨੇ ਤੈਅ ਕੀਤਾ ਵੀ ਇਹ ਸਾਡੇ ਵਾਸ ਦੀ ਗੱਲ ਨਹੀਂ। ਅੱਛਾ। ਫਿਰ ਉਹਨਾਂ ਸਲਾਹ ਕੀਤੀ ਵੀ ਇਹਨੂੰ ਪ੍ਰਾਇਮਰੀ ਸਕੂਲੇ ਪਾ ਦਿਓ, ਓਕੇ, ਵੀ ਪੜ੍ਹਾਉਣਾ ਤਾਂ ਹੈਗਾ ਨਾ। ਹਾਂਜੀ, ਹਾਂਜੀ। ਅਜੇ ਪਾਲ ਜੀ ਤੁਸੀਂ ਯਕੀਨ ਕਰਿਓ, ਜਿੱਦਣ ਮੈਨੂੰ ਪ੍ਰਾਇਮਰੀ ਸਕੂਲੇ ਪਾਇਆ ਨਾ, ਮੈਂ ਰਾਤ ਇਦਾਂ ਜਾਂ ਸ਼ਾਮੀ ਜਾਂ ਪਈਆਂ ਸੀ, ਮੈਂ ਮੰਜੇ ਤੇ ਪਿਆ, ਇੰਨਾ ਖੁਸ਼। ਉਹ ਮੈਂ ਸਵੇਰੇ ਪ੍ਰਾਇਮਰੀ ਸਕੂਲੇ ਜਾਣਾ। ਤੇ 5 ਵੀ ਪ੍ਰਾਇਮਰੀ ਕੀਤੀ, 5ਵੀਂ ਵੀ, ਮੈਂ 10ਵੀਂ ਵੀ ਸਰਕਾਰੀ ਸਕੂਲ ਤੋਂ ਕੀਤੀ, ਤੱਪੜ ਵਾਲੇ। ਪਰ ਮੇਰੀ ਗੱਲ ਸੁਣੋ, ਹੁਣ ਤੁਸੀਂ ਵੇਖੋ ਸਰਕਾਰੀ ਸਾਡੇ ਟੀਚਰ ਮੇਰੇ ਵੀ
ਦੇ ਮਾਦਰ ਜਿਹੜੇ ਮਾਤਾ ਪਿਤਾ ਸੀ ਮਦਰ ਫਾਦਰ ਉਹ ਟੀਚਰ ਸੀ ਹਾਂਜੀ ਹਾਂਜੀ ਔਰ ਉਹਨਾਂ ਨੇ ਸਾਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਇਆ। ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਵੀ ਅੱਜ ਅਸੀਂ ਆਈਏ ਇਸ ਲਾਗੇ, ਪਰ ਅਸੀਂ ਜਿੱਥੇ ਵੀ ਬੈਠੇ ਆ ਯੂਨੀਵਰਸਿਟੀਆਂ 'ਚ ਪੜ੍ਹਦੇ ਲੱਗ ਵੀ ਸਕਦੇ ਸੀ, ਹੋਰ ਬੱਚੇ ਉਹਨਾਂ ਕੋਲ ਪੜ੍ਹੇ ਲੱਗੇ ਹੀ ਆ। ਮਤਲਬ ਅਸੀਂ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਜਿੱਥੇ ਵੀ ਆਪਣਾ ਗੱਲਬਾਤ ਕੀਤੀ ਹੈ ਸਰਕਾਰੀ ਸਕੂਲ 'ਚ ਕੀਤੀ ਹੈ। ਔਰ ਅੱਜ ਸਰਕਾਰੀ ਸਕੂਲ 'ਚ ਇੰਨਾ ਮਾੜਾ ਹਾਲ ਆ, ਉੱਥੇ ਕੋਈ ਬੱਚਾ ਆਪਣਾ ਪਾ ਕੇ ਖੁਸ਼ ਹੀ ਨਹੀਂ। ਹੁਣ ਸਾਰਿਆਂ ਨੂੰ ਅੰਗਰੇਜ਼ੀ ਜਾਣਾ ਪੈਣ ਡਿਆ। ਜਦੋਂ ਤੁਸੀਂ ਅਜੇਪਾਲ ਨੇ ਅੰਗਰੇਜ਼ੀ ਜਾਣਾ ਤੇ ਫਿਰ ਮੈਨੂੰ ਆ ਕੇ ਗੱਲਾਂ ਦੱਸਣੀਆਂ ਵੀ ਨਹੀਂ ਉੱਥੇ ਝੂਲੇ ਵੀ ਲੱਗੇ ਆ, ਉੱਥੇ ਆ ਵੀ ਕੁਝ ਲੱਗਾ, ਤੇ ਤੂੰ ਕੱਲ ਨੂੰ ਕਿੱਥੇ ਪ੍ਰਾਇਮਰੀ ਸਕੂਲ ਤੇ ਰੈਫਰੇਗਾ ਤੇ ਤੁਸੀਂ ਵੀ ਹੁਣ ਉਦੋਂ ਮੇਰੇ ਸਾਰੇ ਨਾਲ ਦੇ ਸਾਥੀ ਜਿਹੜੇ ਉਦੋਂ ਸਕੂਲ 'ਚ ਸਰਕਾਰੀ 'ਚ ਸਟਰੈਂਥ ਹੀ ਬੜੀ। ਪਰ ਹੁਣ ਕੁਝ ਸਰਕਾਰੀ ਸਕੂਲ ਹੈਗੇ ਜਿਹੜੇ ਆਪਾਂ ਦੇਖੇ ਜਿਨ੍ਹਾਂ ਨੇ ਕੁਝ ਬਿਲਕੁਲ ਹਟ ਕੇ ਐਕਸੈਪਸ਼ਨਲ ਕੇਸ ਆ ਜੀ ਜੀ, ਜਿਵੇਂ ਟੀਚਰਸ ਨੇ ਜਾਂ ਕੁਝ ਪਿੰਡ ਦੇ ਆਗੂਆਂ ਨੇ ਲੱਗੇ ਲਾ ਕੇ ਮਤਲਬ ਸਕੂਲ ਵਧੀਆ ਨਹੀਂ ਬਣਾਉਂਦੇ, ਪਰ ਉਹ ਬਿਲਕੁਲ ਉਂਗਲਾਂ ਦੇ ਗਿਣਨ ਜੋਗੇ ਆ। ਬਿਲਕੁਲ ਥੋੜੇ ਆ ਜਿਹੜੇ ਮਤਲਬ ਤੁਸੀਂ ਕਹਿ ਲਓ ਵੀ 10ਵੀਂ ਦੇ ਜਾਂ ਸੀਨੀਅਰ ਸੈਕੰਡਰੀ ਸਕੂਲ ਜਾਂ ਹਾਈ ਸਕੂਲ ਜਾਂ ਪ੍ਰਾਇਮਰੀ ਸਕੂਲ ਉਹ ਵੀ ਜ਼ਿਲ੍ਹੇ ਦੇ ਵਿੱਚ 1-2 ਹੋਣਗੇ ਮੈਂ ਕਹੂੰਗਾ। ਤੇ ਤੁਸੀਂ ਵੇਖੋ ਲੋਕਾਂ ਨੇ ਹੁਣ ਭਾਜੀ ਦੁਨੀਆ ਨੇ ਇੱਕ ਤੇ ਹੋੜੇ ਬਾਹਰ ਦੀ ਬਣਾ ਲਈ ਪਲੱਸ 2 ਤੋਂ ਬਾਅਦ ਚ, ਸੀਨੀਅਰ ਸੈਕੰਡਰੀ ਸਕੂਲ ਤਾਂ ਵੀ ਖਤਮ ਹੁੰਦੇ ਆ, ਫਿਰ ਉੱਥੇ ਕੋਰਸਸ ਉੱਥੇ ਟੀਚਰ ਉੱਥੇ ਸਾਰਾ ਕੁਝ ਇਹਨਾਂ ਨੇ ਇਹ ਬਹੁਤ ਲੰਮਾ ਵਿਸ਼ਾ, ਅਸੀਂ ਉਧਰ ਜਾਣਾ ਹੀ ਨਹੀਂ। ਅਸੀਂ ਸਿਆਣੇ ਬੰਦਿਆਂ ਨੂੰ ਛੱਡ ਦੇਣਾ ਵੀ ਇਹ ਸਿਆਣੇ ਬੰਦੇ ਗੱਲ ਕਰਨ। ਮੈਂ ਤੁਸੀਂ ਜਿਵੇਂ ਤੁਸੀਂ ਦੱਸਦੇ ਤੁਸੀਂ ਸਕੂਲੇ ਇਦਾਂ ਗਏ ਤੇ ਮੈਂ ਜਦੋਂ ਜਾਂਦਾ ਹੁੰਦਾ ਸੀ ਸਕੂਲੇ ਮੈਨੂੰ ਵੀ ਜਿੱਦਾਂ ਪ੍ਰਾਈਵੇਟ ਸਕੂਲੇ ਪਾਇਆ ਗਿਆ ਤਾਂ ਅਸੀਂ ਆਂਟੀ ਕਹਿੰਦੇ ਹੁੰਦੇ ਸੀ ਵੀ ਜਿਨ੍ਹਾਂ ਕੋਲ ਅਸੀਂ ਪੜ੍ਹਨ ਜਾਂਦੇ ਹੁੰਦੇ ਸੀਗੇ। ਅੱਛਾ, ਪਤਾ ਨਹੀਂ ਮੈਂ ਪਹਿਲੀ 'ਚ ਸੀ ਕਿ ਦੂਜੀ ਸੀ ਮੈਨੂੰ ਇਹ ਨਹੀਂ ਚੇਤਾ, ਤੇ ਉਹ ਆਂਟੀ ਨਾ ਈ ਲਿਖਣੀ ਦਿੰਦੇ ਹਿੰਦੀ ਵਾਲੀ ਈ। ਤੁਹਾਨੂੰ ਪਤਾ ਨਾ ਮੈਂ ਹਰਿਆਣੇ ਤੋਂ ਆ, ਅੱਛਾ, ਤੇ ਅਸੀਂ ਫਿਰ ਸਾਡੇ ਉਦੋਂ ਪੰਜਾਬੀ ਨਹੀਂ ਸੀ ਮਤਲਬ ਕੰਪਲਸਰੀ। ਹਾਂਜੀ ਹਰਿਆਣੇ ਤੋਂ। ਠੀਕ ਠੀਕ। ਤਾਂ ਊੜਾ ਐੜਾ ਨਹੀਂ ਸੌਰੀ ਕੱਕਾ ਖੱਖਾ ਜਿਹੜਾ ਹੁੰਦਾ ਹਿੰਦੀ ਦਾ ਈ ਲਿਖਣੀ ਹੁੰਦੀ ਸੀ, ਠੀਕ ਹੈ। ਉਹ ਮੇਰੇ ਕੋਲ ਈ ਵਾਲਾ ਐ ਨਹੀਂ ਪੈਂਦਾ ਹੁੰਦਾ ਸੀ ਡੰਡਾ ਜਿਹਾ। ਮੈਂ ਘਰ ਆ ਕੇ ਮੰਮੀ ਨੂੰ ਕਹਿਣਾ ਮੈਂ ਕਿਹਾ ਆਂਟੀ ਈ ਲਿਖਣੀ ਦਿੰਦੀ ਮੇਰੇ ਤੋਂ ਲਿਖੀ ਨਹੀਂ ਜਾਂਦੀ, ਤੇ ਫਿਰ ਉਹ ਮਤਲਬ ਕੁੱਟ ਪੈਂਦੀ ਆ। ਤੇ ਉਹ ਸਾਡੇ ਘਰ ਤੋਂ ਆਂਟੀ ਉਹਨਾਂ ਦਾ ਘਰ ਥੋੜਾ ਅੱਗੇ ਸੀ 4 ਮਿੰਟ ਦੇ ਵਾਕ ਤੇ ਉਸ ਤੋਂ ਬਾਅਦ ਅਸੀਂ ਪੰਚਾਇਤ ਘਰੇ ਆਪਣਾ ਪ੍ਰਾਈਵੇਟ ਸਕੂਲ ਲੱਗਦਾ ਹੁੰਦਾ ਸੀਗਾ। ਅੱਛਾ, ਉਹ ਮੰਮੀ ਸਪੈਸ਼ਲ ਕਹਿਣ ਗਏ ਵੀ ਚੱਲ ਮੈਂ ਕਹਿ ਹੁੰਨੀ ਉਹਨਾਂ ਨੂੰ ਵੀ ਨਹੀਂ ਤੈਨੂੰ ਈ ਲਿਖਣੀ ਦੇਣਗੇ, ਤੇ ਮੰਮੀ ਨੇ ਕਿਹਾ ਉਹਨਾਂ ਨੂੰ ਵੀ ਚਲੋ ਭੈਣ ਜੀ ਈ ਲਿਖਣੀ ਨਾ ਦਿਓ, ਅਸੀਂ ਇਹਨੂੰ ਘਰੇ ਈ ਲਿਖਣੀ ਸਿਖਾ ਲਾਂਗੇ। ਮੈਨੂੰ ਨਹੀਂ ਯਕੀਨ ਹੋਇਆ, ਮੈਂ ਕਿਹਾ ਆਂਟੀ ਨੇ ਈ ਲਿਖਣੀ ਦੇਣੀ ਤੇ ਕੁੱਟ ਫੇਰ ਪੈਣੀ। ਮੈਂ ਭਾਜੀ ਉਹਨਾਂ ਦੇ ਘਰੋਂ ਨਿਕਲਿਆ ਆਂਟੀ ਦੇ, ਜਾਣਾ ਸੀ ਸਕੂਲ ਵੱਲ ਨੂੰ, ਮੈਂ ਆਪਣੇ ਘਰ ਨੂੰ ਰੇਸ ਲਾ ਲਈ। ਤੇ ਉਹ ਥੋੜਾ ਇੱਕ ਘਰ ਹੋਰ ਵਿੱਚ ਆਉਂਦਾ ਸੀ, ਉਹਨਾਂ ਦੀ ਕੋਈ ਲੇਡੀ ਸੀ ਬਾਹਰ, ਉਹਨੇ ਮੈਨੂੰ ਫੜਿਆ, ਮੈਨੂੰ ਪੱਕਾ ਯਾਦ ਹੈ ਹਨਾ। ਤੇ ਆਂਟੀ ਮੇਰੇ ਪਿੱਛੇ ਭੱਜੇ ਵੀ ਇਹਨੂੰ ਜਾਣ ਨਹੀਂ ਦੇਣਾ ਘਰੇ, ਇਹਨੂੰ ਸਕੂਲੇ ਲੈ ਕੇ ਜਾਣਾ। ਤੇ ਮੈਂ ਉਹ ਜਿਹੜੀ ਲੇਡੀਜ਼ ਨੇ ਮੈਨੂੰ ਫੜਿਆ ਉਹਨਾਂ ਨੂੰ ਤਾਂ ਮੈਂ ਕੁਛ ਨਹੀਂ ਕਿਹਾ, ਪਰ ਜਦੋਂ ਆਂਟੀ ਨੇ ਆ ਕੇ ਮੇਰਾ ਹੱਥ ਫੜਿਆ ਨਾ, ਮੈਂ ਦੰਦੀ ਵੱਡੀ ਜ਼ੋਰ ਦੀ, ਜਿੰਨਾ ਵੀ ਮੇਰੇ 'ਚ ਜ਼ੋਰ ਸੀ ਉਹ ਅਜੇ ਤੱਕ ਯਾਦ ਕਰਦੇ। ਹਾਂ, ਉਹਨਾਂ ਨੇ ਮਾਰੀ, ਫਿਰ ਚੀਕ ਮੇਰਾ ਹੱਥ ਮਤਲਬ ਛੁੱਟ ਗਿਆ। ਮੈਂ ਘਰੇ ਤੇ ਆਂਟੀ ਉਹ ਮਤਲਬ ਹੁਣ ਵੀ ਮੈਨੂੰ ਪਿੱਛੇ ਜੇ ਮਿਲੇ ਤੇ ਦੰਦੀ ਉਹਨਾਂ ਨੂੰ ਹਜੇ ਵੀ ਯਾਦ। ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਅਜੇ ਤੱਕ ਚੇਤਾ ਹੋਣਾ। ਨਹੀਂ ਉਹ ਗੱਲ ਇਦਾਂ ਨਾ ਵੇਖੋ, ਉਹ ਫਿਰ ਵੀ ਮੈਂ ਕਹਿੰਦਾ ਸਾਡਾ ਬਚਪਨ ਬੜਾ ਖੂਬਸੂਰਤ ਸੀ। ਹਾਂਜੀ ਹਾਂਜੀ, ਅੱਜ ਵੀ ਨਿਆਣਿਆਂ ਦਾ ਬੜਾ ਖੂਬਸੂਰਤ ਆ, ਉੱਥੇ ਹੈਗਾ, ਲੋਕੀ ਜੀਂਦੇ ਆ, ਬੜਾ ਵਧੀਆ ਜੀਂਦੇ ਆ। ਪੰਜਾਬ ਦੇ ਵਿੱਚ ਕੋਈ ਇਹੀ ਗੱਲ ਨਹੀਂ। ਹੁਣ ਸਾਡੀਆਂ ਉਸ ਪਰ ਉਦੋਂ ਦੀਆਂ ਗੱਲਾਂ ਉਦੋਂ ਦੇ ਨਾਲ ਸੀ, ਹੁਣ ਦੀਆਂ ਹੁਣ ਦੇ ਅੱਜ ਦੀਆਂ ਗੱਲਾਂ ਹੋਣਾ। ਹੁਣ ਮੈਂ ਇੱਕ ਸਕੂਲ ਗਿਆ, ਮੇਰਾ ਦੋਸਤ ਉੱਥੇ ਅਧਿਆਪਕ ਮੁੱਖ ਅਧਿਆਪਕ ਆ। ਹਾਂਜੀ, ਉਹ ਮੈਂ ਪਿੰਡ ਦਾ ਤੁਸੀਂ ਕਹਿ ਲਓ ਕਿ ਇੱਕ ਬੰਨੇ ਗੁਰਦੁਆਰਾ ਸਾਹਿਬ ਇੱਕ ਵਿੱਚ ਸਕੂਲ ਆ। ਹਾਂਜੀ, ਹੁਣ ਅੱਧਾ ਉੱਥੇ ਮੈਂ ਜਿੱਦਣ ਗਿਆ ਸਬੱਬੀ ਮਿਲਣ ਗਿਆ ਉਹਨੂੰ, ਹਾਂਜੀ, ਉਦੋਂ ਗੁਰਦੁਆਰੇ ਸਾਹਿਬ ਭੋਗ ਸੀ ਤੇ ਉੱਥੇ ਲੰਗਰ ਪਾਣੀ ਚੱਲਣ ਡਿਆ, ਸਪੀਕਰ 'ਚ ਢਾਡੀ ਵਾਰਾਂ ਗਾ ਰਹੇ ਨੇ, ਸਾਰਾ ਕੁਝ ਹੋ ਰਿਹਾ, ਤੇ ਸਕੂਲ 'ਚ ਨਿਆਣਿਆਂ ਨੂੰ ਤੁਸੀਂ ਕੀ ਪੜ੍ਹਾ ਲੈਣਾ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਆਹ ਕੀ ਆ? ਉਹ ਕਹਿੰਦਾ ਕੀ ਕਰ ਸਕਦੇ ਅਸੀਂ, ਸਾਡੇ ਹੱਥ ਵੱਸ ਕੁਛ ਨਹੀਂ। ਹਾਂਜੀ, ਹੁਣ ਘੱਟੋ ਘੱਟ ਸਰਕਾਰੀ ਬਿਲਡਿੰਗ ਸਕੂਲ ਦੀ ਤਾਂ ਵੱਖਰੀ ਹੋਣੀ ਚਾਹੀਦੀ। ਹਾਂਜੀ, ਹਾਂਜੀ, ਪਰ ਅਸੀਂ ਇਹ ਬਿਲਕੁਲ ਕਿਸੇ ਨੇ ਨੋਟਿਸ ਨਹੀਂ ਲੈ ਰਿਹਾ, ਨਾ ਕਿਸੇ ਦੇ ਕੰਨ ਤੇ ਜੂੰ ਸਰਕ ਰਹੀ ਆ ਕਿ ਐਜੂਕੇਸ਼ਨ ਨਾਲ ਕੋਈ ਧਿਆਨ ਕਰਨਾ। ਲੋਕੀ ਅਸੀਂ ਆਪਾਂ ਟੀਵੀ ਤੇ ਬੈਠੇ, ਆਪਾਂ ਨਹੀਂ ਬਹੁਤ ਸਾਰੇ ਲੋਕ ਬੈਠੇ ਰੌਲਾ ਪਾਉਂਦੇ ਨੇ, ਕਹਿੰਦੇ ਨੇ, ਦੱਸਦੇ ਨੇ ਇਹਨਾਂ ਨੂੰ ਕਿ ਘੱਟੋ ਘੱਟ ਆਪਣਾ ਐਜੂਕੇਸ਼ਨ ਲੈਵਲ ਸਹੀ ਕਰ ਲਓ, ਤੁਸੀਂ ਘੱਟੋ ਘੱਟ ਆਪਣੀ ਹੈਲਥ ਵਾਲਾ ਸਹੀ ਕਰ ਲਓ। ਅਸੀਂ ਨਾ ਐਜੂਕੇਸ਼ਨ ਨਾ ਹੈਲਥ, ਕੁਛ ਨਹੀਂ। ਘਾਹ ਹੋ ਗਏ ਜੇ ਸਿਵਲ ਹਸਪੀਟਲਾਂ 'ਚ। ਆਹੋ ਇਹ ਤਾਂ ਪਰ ਹੁਣ ਗਾਂ ਦੀਆਂ ਗੱਲਾਂ ਤੁਹਾਨੂੰ ਪਤਾ ਹੀ ਆਪਣੇ ਹਾਲਾਤਾਂ ਦਾ, ਆਪਣੇ ਸਾਰੇ ਸਿਸਟਮ ਨਹੀਂ ਅਸੀਂ ਕਰਦੇ ਗੱਲ ਤੇ ਵੈਸੇ ਹਾਸੇ ਵਾਲੀ ਹੈ, ਸਾਨੂੰ ਕੋਸ਼ਿਸ਼ ਕਰਦੇ ਵੀ ਉਹ ਪਾਸੇ ਨੂੰ, ਪਰ ਉਹ ਮਸਲੇ ਗੰਭੀਰ ਨੇ। ਉਹ ਐਂਡ ਜਿਹੜਾ ਵਾ ਉੱਥੇ ਜਾ ਕੇ ਚੱਲ ਜਾਂਦਾ, ਉਹ ਗੱਲਬਾਤ ਫਿਰ ਉੱਥੇ ਪਹੁੰਚ ਜਾਂਦੀ, ਗੱਲ ਉੱਥੇ ਚੱਲ ਜਾਂਦੀ। ਹੁਣ ਇਹ ਜਿਹੜੀ ਗੱਲ ਆ, ਇਹ ਜਿੱਦਾਂ ਆਪਾਂ ਸਕੂਲ ਤੇ ਜਾਣ ਵਾਲੀ ਕਰਦੇ ਆ ਕਿ ਅਖੀਰ ਦੇ ਉੱਤੇ ਬਚਪਨ ਭਾਜੀ ਦੁਬਾਰਾ ਨਹੀਂ ਆਉਣਾ। ਅਜੇਪਾਲ ਜੀ ਬਚਪਨ 'ਚ ਜਿਹੜੀ ਪੜ੍ਹਾਈ ਕੀਤੀ ਹਾਇਰ ਤੁਹਾਨੂੰ ਅੱਗੇ ਜਾ ਕੇ ਉਹਨੇ ਪੇਸ਼ ਹੋਣਾ। ਜਿਨ੍ਹਾਂ ਸਕੂਲਾਂ ਦੇ ਵਿੱਚ 10-10 ਪੜ੍ਹੇ ਟੀਚਰ ਲੱਗੇ ਆ, ਤੁਸੀਂ ਦੱਸੋ ਕਿ ਉਹਨਾਂ ਨੇ ਉਹ ਕਿਹੜੀ ਨੀਂਹ ਬਣਨੀ। ਉਹ ਫਿਰ ਅੱਗੇ ਜਾ ਕੇ ਉਹੋ ਜਿਹੀ ਇਮਾਰਤ ਬਣਨੀ ਹੈ। ਤੇ ਇਮਾਰਤਾਂ ਤਾਂ ਹੀ ਅੱਜ ਸਾਡੀਆਂ ਕਮਜ਼ੋਰ ਨੇ। ਇਸੇ ਕਰਕੇ ਅਸੀਂ ਡਾਵਾਂਡੋਲ, ਜੇ ਨੀਂਹ ਨਹੀਂ ਮਜ਼ਬੂਤ ਹੋਗੀ ਤਾਂ ਨਹੀਂ ਮਜ਼ਬੂਤ ਸਿਰਜੀ ਜਾਣੀ ਉਹਦੇ ਉੱਪਰ। ਬਿਲਕੁਲ। ਜਿਹੜੇ ਬੀਐਡ ਵਿਚਾਰੇ ਪੜ੍ਹੇ ਆ ਜਾਂ 10ਵੀਂ ਉਹਨਾਂ ਨੇ ਕੀਤੀ ਆ, ਉਹਨਾਂ ਕੋਲ ਬੱਚੇ ਹੈ ਨਹੀਂ, ਉਹ ਕਹਿੰਦੇ ਅਸੀਂ ਇਕੱਲੇ ਬੈਠੇ ਆ, ਸਾਰਾ ਸਕੂਲ ਸੰਭਣ ਡਿਆ, ਨਾ ਉਹਨਾਂ ਕੋਲ ਟੀਚਰ ਆ ਨਾ ਬੱਚੇ ਆ। ਤਾਂ ਨਹੀਂ ਉਲਝੀ ਆ, ਹੋ ਜੂਗੀ ਠੀਕ। ਲੋਕੀ ਸਾਰੇ ਸੋਚਣ ਡਏ, ਸਾਰੇ ਬੰਦੇ ਸਿਰ ਜੋੜ ਕੇ ਬਹਿਣ ਤੇ ਠੀਕ ਹੋ ਜੂਗੀ। ਠੀਕ, ਚਲੋ
ਤਾਂ ਦੋਸਤੋ ਇਹ ਸੀਗੀਆਂ ਸਾਡੀਆਂ ਕੁਝ ਕੁ ਗੱਲਾਂ ਤੇ ਉਮੀਦ ਕਰਦੇ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੇ ਜਿੱਦਾਂ ਅਸੀਂ ਸਕੂਲ ਵਾਲੀ ਗੱਲ ਤੋਂ ਥੋੜਾ ਜਿਹਾ ਆਪਦਾ ਬਚਪਨ ਯਾਦ ਕੀਤਾ ਤੇ ਤੁਸੀਂ ਵੀ ਯਾਦ ਕਰਿਓ ਤੇ ਸਾਨੂੰ ਜੇ ਪ੍ਰੋਗਰਾਮ ਵੇਖੋਗੇ ਕਮੈਂਟ ਕਰਕੇ ਦੱਸਿਓ ਪਲੀਜ਼ ਜਰੂਰ। ਤੇ ਇੱਕ ਦੋਸਤੋ ਤੁਸੀਂ ਇੰਡੋਸ ਟੀਵੀ ਨੂੰ ਤੁਸੀਂ ਐਂਡਰੋਇਡ ਸੌਫਟਵੇਅਰ ਤੇ ਮਤਲਬ ਮੋਬਾਈਲ ਫੋਨ ਜਿਹੜੇ ਐਂਡਰੋਇਡ ਦੇ ਆ ਤੁਸੀਂ ਉਹਨਾਂ ਦੇ ਉੱਪਰ ਐਪ ਡਾਊਨਲੋਡ ਕਰ ਸਕਦੇ ਜੇ ਤੇ ਆਈਫੋਨ ਵਾਸਤੇ ਬਹੁਤ ਹੀ ਜਲਦੀ ਮਤਲਬ ਦੂਸਰੀ ਐਪ ਲੈ ਕੇ ਵੀ ਆਪਣੇ ਇੰਡੋਸ ਟੀਵੀ ਵਾਲੇ ਆ ਰਹੇ ਹਾਂ ਅਸੀਂ। ਤੇ ਹਾਂ ਬਿਲਕੁਲ, ਕਿਉਂਕਿ ਸੈਮਸੰਗ ਵਾਲੇ ਫੋਨ ਦੇ ਤੇ ਬੜਾ ਸੌਖਾ, ਸੈਮਸੰਗ ਦੇ ਫੋਨ ਦੇ ਤੇ ਤੁਸੀਂ ਡਾਊਨਲੋਡ ਕੀਤਾ ਤੇ ਬਹੁਤ ਛੇਤੀ। ਬਾਕੀ ਹੋਰ ਵੀ ਜਿਹੜੀ ਤੁਸੀਂ ਦੱਸਿਆ ਦਰਸ਼ਕਾਂ ਲਈ ਆ ਉਹਨਾਂ ਲੈ ਕੇ ਆਵਾਂਗੇ ਜੀ ਜੀ ਆਈਫੋਨ ਵਾਲੀ ਆਈਫੋਨ ਵਾਲੀ ਚੱਲਦਾ। ਹਾਂਜੀ ਹਾਂ ਬਿਲਕੁਲ ਠੀਕ ਹੈ। ਚਲਿਏ ਫਿਰ। ਹਾਂ ਬਿਲਕੁਲ ਇਜਾਜ਼ਤ ਲੈਂਦੇ ਹਾਂ। ਨਹੀਂ ਮਿਹਰਬਾਨੀ। ਠੀਕ ਹੈ। ਤੇ ਅੱਗੇ ਇਦਾਂ ਹੀ ਸਾਨੂੰ ਫੀਡਬੈਕ ਦਿੰਦੇ ਰਹੋ, ਸਾਨੂੰ ਇਨਬਾਕਸ ਤੁਸੀਂ ਭੇਜਦੇ ਹੋ, ਅਸੀਂ ਉਸ ਪ੍ਰੋਗਰਾਮ ਉਦਾਂ ਹੀ ਚੇਂਜ ਕਰ ਲੈਂਦੇ ਹਾਂ। ਤੁਹਾਡੇ ਜਿਹੜੇ ਸੁਝਾਅ ਆਏ ਸਾਡੇ ਲਈ ਬਹੁਤ ਕੀਮਤੀ ਨੇ ਜੀ। ਸੋ ਅੱਗੇ ਫਿਰ ਕੋਈ ਨਾ ਕੋਈ ਨਵਾਂ ਜਿਹੜਾ ਤੁਹਾਡੇ ਵੱਲੋਂ ਸੁਝਾਅ ਭੇਜਿਆ ਜਾਊਗਾ ਉਹ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅੱਜ ਤੱਕ ਲਈ ਮਿਹਰਬਾਨੀ ਜੀ। ਤੇ ਦੋਸਤੋ ਹੁਣ ਤੱਕ ਲਈ ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ।